ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰਿ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਸ ਬੇਰੀ ਹੋਇ ਭਵ ਸੁਫਲ ਬਿਨ ਬੇਰੀ ਕਰ ਪਾਰ। ਸਤਿਗੁਰ ਮਮ ਬੇਰੀ ਕਟਹੁ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਗੁਰੂ ਦੀਆਂ ਸੰਗਤਾਂ ਸੰਧਿਆ ਦੇ ਸਮੇਂ ਤੋਂ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਰਹੇ ਹੋ। ਗੁਰੂ ਸਾਹਿਬ ਜੀ ਦੀ ਤੁਰਕੀ ਬਾਣੀ ਸੋਧਦਾਰ ਰਹਿਰਾਸ ਸਾਹਿਬ ਦੇ ਆਪ ਸੰਗਤਾਂ ਨੇ ਜਾਪ ਸਰਵਣ ਕੀਤੇ ਹੈ। ਗੁਰਬਾਣੀ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਮਹਾਰਾਜ ਜੀ ਦੇ ਸੁੰਦਰ ਦਰਬਾਰ ਦੀਵਾਨ ਸਜ ਰਹੇ ਹਨ। ਮਹਾਰਾਜ ਜੀ ਦੀ ਕਿਰਪਾ ਨਾਲ ਜੋ ਆਪਾਂ ਨਿਤਨੇਮ ਦੇ ਨਾਲ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਲੜੀਵਾਰ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਕੁਝ ਦਿਨਾਂ ਤੋਂ ਜਿਹੜੇ ਹੈ ਭਗਤ ਪ੍ਰਹਿਲਾਦ ਜੀ ਦਾ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਜਿਵੇਂ ਭਗਤ ਪ੍ਰਹਿਲਾਦ ਜੀ ਨੇ ਭਾਈ ਬਾਲਾ ਜੀ ਨੂੰ ਸਾਰਾ ਪ੍ਰਸੰਗ ਸੁਣਾਇਆ ਕਿ ਭਾਈ ਬਾਲਾ ਜੀ ਜਿਹੜੇ ਦੈਂਤਾਂ ਦੇ ਬੱਚੇ ਉਹ ਮੇਰੇ ਪਾਸ ਆ ਬੈਠਦੇ
तो मैं उन्होंने इस तरह कहना भी हे विद्यार्थियों, मेरे साथियों, ਜਿਹੜੇ ਆਪਣੇ ਪ੍ਰਾਣ ਹੈ ਇਹਨਾਂ ਦੀ ਕਲਿਆਣ ਕਰ ਲਓ, ਇਹਨਾਂ ਦੀ ਮੁਕਤੀ ਕਰ ਲਓ। ਜੋ ਭਗਵਾਨ ਮਾਇਆ ਦਾ ਪਤੀ ਹੈ, ਪਰਮੇਸ਼ਰ, ਉਹਦੇ ਚਰਨ ਕਮਲਾਂ ਨੂੰ ਸਿਮਰਨਾ ਕਰੋ, ਹਰ ਵੇਲੇ ਸਿਮਰਨ ਕਰੋ, ਯਾਦ ਕਰੋ, ਕਿਉਂਕਿ ਉਹਨਾਂ ਦੇ ਸਿਮਰਨ ਕਰਨ ਨਾਲ ਹੀ ਇਹ ਸੰਸਾਰ ਦੇ ਬੰਧਨਾਂ ਤੋਂ, ਸੰਸਾਰ ਤੋਂ ਛੁਟਕਾਰਾ ਹੈ। ਕਿਉਂਕਿ ਸਰੀਰ ਬਹੁਤ ਦੁਰਲੱਭ ਹੈ, ਦੁਰਲੱਭ ਦੇ ਤਤਕਾਲ ਉਧਾਰ ਹੈ। ਇਹ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਵੇਂ ਭਗਤ ਮਹਾਰਾਜ ਜੀ ਕਹਿੰਦੇ। ਹੇ ਮੇਰੇ ਸਾਥੀਓ, ਭਰਾਓ, ਇਹ ਸਰੀਰ ਜਿਹੜਾ ਸਫਲਾ ਕਰ ਲਓ ਤੁਸੀਂ ਬੰਦਗੀ ਕਰਕੇ। ਤੇ ਕਹਿੰਦੇ ਆ ਵੀ ਭਾਈ ਬਾਲਾ ਜੀ, ਮੈਂ ਐਵੇਂ ਕਹਿੰਦਾ ਵੀ ਵੇਖੋ, ਜਿਹੜੇ ਕੋਈ ਵਿਸ਼ੇ ਭੋਗ ਹੈ ਉਹਨਾਂ ਵਾਸਤੇ ਕੋਈ ਯਤਨ ਨਾ ਕਰੋ, ਕਿਉਂਕਿ ਉਹਦੇ ਸਾਰੀਆਂ ਜੂਨਾਂ 'ਚ ਹੀ ਮਿਲ ਜਾਂਦੇ ਹੈ। ਸਾਰੀਆਂ ਜੂਨਾਂ ਵਿੱਚ ਹੀ ਉਹ ਭੋਗ ਹੱਥ ਆਉਂਦੇ ਹੈ। ਸੂਰ, ਕੁੱਤੇ, ਪਸ਼ੂ, ਪੰਛੀ, ਜਿਵੇਂ ਮਨੁੱਖ ਖਾਂਦਾ ਉਹ ਵੀ ਖਾਂਦੇ ਹੈ, ਜਿਵੇਂ ਮਨੁੱਖ ਡਰਦਾ ਉਹ ਵੀ ਡਰਦੇ ਹੈ, ਜਿਵੇਂ ਮਨੁੱਖ ਭੋਗ ਕਰਦਾ ਹੈ ਤੇ ਉਹ ਵੀ ਕਰਦੇ ਹੈ। ਉਹ ਪਸ਼ੂ ਪੰਛੀ ਤੇ ਕਾਮ ਚੇਸ਼ਟਾ ਜਿਹੜੀ ਸਾਰਿਆਂ ਦੇ ਸਾਹਮਣੇ ਬਿਨਾਂ ਸ਼ੰਕਾ ਹੀ ਕਰਦੇ ਹੈ। ਇਸ ਤਰ੍ਹਾਂ ਭੋਗ ਤੇ ਸਾਰੀਆਂ ਜੂਨਾਂ ਵਿੱਚ ਹੀ ਹੈ, ਪਰ ਪਰਮੇਸ਼ਰ ਦੀ ਜਿਹੜੀ ਬੰਦਗੀ ਹੈ ਮਨੁੱਖਾ ਜਨਮ 'ਚ ਹੀ ਹੋ ਸਕਦੀ ਹੈ। ਤੁਸੀਂ ਇਹ ਬੰਦਗੀ ਕਰੋ। ਸੁਣ ਕਰਕੇ ਉਹ ਸਾਰੇ ਚਾਟੜੇ ਸਾਥੀ ਵਿਦਿਆਰਥੀ ਕਹਿਣ ਲੱਗੇ ਵੀ ਭਗਤ ਪ੍ਰਹਿਲਾਦ ਜੀ ਨੂੰ ਵੀ ਪ੍ਰਹਿਲਾਦ, ਐਸਾ ਭਗਵਾਨ ਦਾ ਗਿਆਨ, ਬ੍ਰਹਮ ਗਿਆਨ ਤੂੰ ਕਿੱਥੋਂ ਪਾਇਆ ਹੈ? ਨਾ ਤੇ ਆ ਚਾੜਸਾਲ ਪਾਠਸ਼ਾਲਾ ਵਿੱਚ ਕੋਈ ਆਇਆ ਹੀ ਦੂਸਰਾ, ਨਾ ਆਪਾਂ ਹੀ ਕਿਤੇ ਸਤਸੰਗ ਕੀਤੀ ਹੈ, ਨਾ ਕੋਈ ਆਇਆ, ਨਾ ਤੂੰ ਹੀ ਕਿਤੇ ਗਿਆ, ਫਿਰ ਐਸਾ ਗਿਆਨ ਤੂੰ ਕਿੱਥੋਂ ਪਾ ਲਿਆ? ਫਿਰ ਉਹ ਗਿਆਨ ਕਿਵੇਂ ਪਾਇਆ? ਭਗਤ ਪ੍ਰਹਿਲਾਦ ਜੀ ਨੇ ਸਾਰਾ ਹੀ ਦੱਸਿਆ ਵੀ ਜਿਸ ਵਕਤ ਮੇਰੇ ਪਿਤਾ ਜੀ ਮਦਰਾਂਚਲ ਪਹਾੜ ਦੇ ਉੱਪਰ ਤਪ ਕਰਨ ਵਾਸਤੇ ਚਲੇ ਗਏ, ਦੇਵਤਿਆਂ ਨੂੰ ਪਤਾ ਲੱਗਾ, ਇੰਦਰ ਦੇਵਤਾ ਸਾਰਿਆਂ ਦੇ ਸਮੂਹ ਦੇਵਤਿਆਂ ਨੂੰ ਲੈ ਕੇ ਮੁਲਤਾਨਪੁਰੀ ਜੋ ਰਾਜਧਾਨੀ ਸੀ, ਸਾਡਾ ਪਿਤਾ ਦਾ ਰਾਜ ਸੀ, ਉੱਥੇ ਆ ਕੇ ਧਾਵਾ ਕਰ ਦਿੱਤਾ ਤੇ ਆਪਣਾ ਵਜਰ ਸ਼ਸਤਰ ਚਲਾ ਕੇ ਇਹ ਦੇਵਤਿਆਂ ਨੇ ਘਮਸਾਨ ਮਚਾ ਕੇ ਸਾਰੇ ਦੇਵਤੇ ਭਜਾ ਨਠਾ ਦਿੱਤੇ, ਕੁਝ ਖਤਮ ਕਰ ਦਿੱਤੇ, ਕੁਝ ਤੇ ਡਰ ਕੇ ਛੱਡ ਭੱਜ ਗਏ। ਉਸ ਵੇਲੇ ਮੇਰੀ ਮਾਤਾ ਜੀ ਨੂੰ ਇੰਦਰ ਦੇਵਤਾ ਫੜ ਕੇ ਗ੍ਰਿਫਤਾਰ ਕਰਕੇ ਲੈ ਕੇ ਜਾ ਰਿਹਾ ਸੀ। ਅੱਗੋਂ ਨਾਰਦ ਮੁਨੀ ਜੀ ਆਏ, ਕਹਿੰਦੇ ਵੀ ਇੰਦਰੇ, ਤੂੰ ਇਸਤਰੀ ਨੂੰ ਕਿੱਥੇ ਫੜ ਕੇ ਲੈ ਕੇ ਜਾ ਰਿਹਾ ਹੈ ਬਿਨਾਂ ਗੁਨਾਹ ਹੀ? ਇੰਦਰ ਕਹਿਣ ਲੱਗਾ ਵੀ ਇਹ ਹਰਨਾਕਸ਼ ਦੀ ਪਤਨੀ ਹੈ, ਇਹਦੇ ਪੇਟ ਵਿੱਚ ਬੱਚਾ ਹੈ, ਜਦੋਂ ਉਹ ਕਿਤੇ ਪੈਦਾ ਹੋ ਗਿਆ ਮੈਂ ਉਸ ਨੂੰ ਮਾਰਾਂਗਾ, ਨਹੀਂ ਤੇ ਕੱਲ੍ਹ ਨੂੰ ਉਹ ਵੀ ਬੜਾ ਬਲੀ ਹੋਏਗਾ, ਸਾਨੂੰ ਪਰੇਸ਼ਾਨ ਕਰੇਗਾ, ਕਿਉਂਕਿ ਵੀ ਦੈਂਤ ਹੀ ਪੈਦਾ ਹੋਣਾ ਹੈ, ਇਹਨੂੰ ਮੈਂ ਖਤਮ ਕਰ ਦਿਆਂਗਾ। ਤੇ ਨਾਰਦ ਮੁਨੀ ਜੀ ਕਹਿਣ ਲੱਗੇ ਕਿ ਹੇ ਇੰਦਰ, ਇਹ ਤਾਂ ਐਸਾ ਭਗਤ ਹੋਏਗਾ, ਆਤਮਾ ਦਾ ਗਿਆਨੀ, ਆਤਮ ਗਿਆਨੀ, ਜਿਸ ਨੂੰ ਨਾ ਮੈਂ ਮਾਰ ਸਕਾਂਗਾ, ਨਾ ਤੂੰ, ਨਾ ਕੋਈ ਹੋਰ ਹੀ, ਇਹ ਤਾਂ ਮਹਾਨ ਬਲੀ ਹੋਏਗਾ। ਤੇ ਇਹ ਸੁਣ ਕੇ ਇੰਦਰ ਦੇਵਤੇ ਨੇ ਵੀ ਭਗਤ ਪੈਦਾ ਹੋਣਾ ਹੈ, ਮਾਤਾ ਜੀ ਨੂੰ ਕਹਿੰਦੇ ਮੱਥਾ ਟੇਕਿਆ, 3 ਪ੍ਰਦਖਣਾ ਕੀਤੀਆਂ, ਬਹੁਤ ਪ੍ਰਸੰਨ ਵੀ ਹੋਇਆ ਤੇ ਚਲਾ ਗਿਆ। ਵਿਦਿਆਰਥੀ, ਉਸ ਵੇਲੇ ਮੈਂ ਫਿਰ ਜਿਹੜਾ ਹੈ ਮਾਂ ਦੇ ਪੇਟ ਵਿੱਚ ਸੀ, ਮੇਰੀ ਮਾਤਾ ਨੂੰ ਨਾਰਦ ਮੁਨੀ ਆਸ਼ਰਮ ਵਿੱਚ ਲੈ ਗਏ। ਆਸ਼ਰਮ ਵਿੱਚ ਰਹਿੰਦਿਆਂ ਉਹ ਸੰਤਾਂ ਭਗਤਾਂ ਦੀਆਂ ਕਥਾ ਰਿਸ਼ੀ ਮੁਨੀ ਕਰਦੇ ਸਨ, ਪਰਮੇਸ਼ਰ ਦੀਆਂ ਸਾਖੀਆਂ ਸੁਣਾਉਂਦੇ ਸੀ, ਉਹਦਾ ਅਸਰ ਮੈਨੂੰ ਗਿਆ। ਫਿਰ ਮੈਂ ਉੱਥੇ ਹੀ ਪੈਦਾ ਹੋਇਆ ਤੇ ਨਾਰਦ ਮੁਨੀ ਜੀ ਨੇ ਉਪਦੇਸ਼ ਕੀਤਾ, ਜੋ ਮੈਨੂੰ ਗਿਆਨ ਬਖਸ਼ਿਆ, ਉਹ ਗਿਆਨ ਫਿਰ ਸੁਣਾਇਆ ਵੀ ਇਹ ਸਰੀਰ ਜਿਹੜਾ ਹੈ ਇਹਦੇ ਵਿੱਚ ਤੇ ਖਟ ਵਿਕਾਰ ਹੈ, 6 ਤਰ੍ਹਾਂ ਇਹ ਬਦਲਦਾ ਸਰੀਰ। ਇੱਕ ਤਾਂ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਹੈ, 9 ਮਹੀਨੇ ਰਹਿ ਕੇ ਜਨਮ ਲੈਂਦਾ, ਉਸ ਸਮੇਂ ਬਦਲਾਵ ਆਉਂਦਾ ਹੈ।
ਛੋਟਾ ਜਿਹਾ ਹੁੰਦਾ ਫਿਰ ਚੱਲਣ ਫਿਰਨ ਲੱਗਦਾ ਹੈ, ਸਰੀਰ ਵਿੱਚ ਤਬਦੀਲੀ ਆ ਜਾਂਦੀ ਹੈ, ਕਿਸ਼ੋਰ ਅਵਸਥਾ ਹੁੰਦੀ ਹੈ। ਬਾਲਕ ਕਿਸ਼ੋਰ ਅਵਸਥਾ ਤੋਂ ਬਾਅਦ ਜਵਾਨੀ ਆਉਂਦੀ ਹੈ, ਦਾੜਾ ਕੇਸ ਆ ਜਾਂਦੇ, ਰੋਮ ਵੱਧ ਜਾਂਦੇ ਹੈ, ਬੁਢੇਪਾ ਆ ਜਾਂਦਾ ਹੈ, ਸਰੀਰ ਕਮਜ਼ੋਰ ਹੋ ਜਾਂਦਾ, ਅਖੀਰੀ ਇਸ ਸਰੀਰ ਮਰਦਾ ਹੈ। ਇਹਦੇ ਸਰੀਰ ਦੁੱਖਾਂ ਦਾ ਘਰ ਹੈ, ਛੇ ਵਿਕਾਰ ਹੈ। ਇਸੇ ਤਰ੍ਹਾਂ ਹੀ ਇਹ ਵਿਦਿਆਰਥੀਓ, ਜਿਹੜਾ ਆਤਮਾ ਹੈ ਉਹ ਇਹ ਵਿਕਾਰਾਂ ਵਿੱਚ ਨਹੀਂ, ਉਹ ਬਦਲਦਾ ਨਹੀਂ ਹੈ। ਨਾ ਇਹੋ ਬੁੱਢਾ ਨਾ ਇਹੋ ਬਾਲਾ। ਆਤਮਾ ਪਰਮਾਤਮਾ ਕਾ ਰੂਪ, ਅਚਰਜ ਕਥਾ ਮਹਾ ਅਨੂਪ। ਇਹ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੁੰਦਾ ਹੈ। ਉਹਦੇ ਵਿੱਚ ਸਾਰਾ ਖੋਲ੍ਹ ਕੇ ਇਹ ਆਤਮਾ ਦੇ ਸੰਬੰਧ ਵਿੱਚ ਦੱਸਿਆ ਹੋਇਆ ਵੀ ਨਾ ਇਹ ਬੁੱਢੀ ਹੁੰਦੀ ਹੈ, ਨਾ ਇਹ ਆਤਮਾ ਜਵਾਨ ਹੈ, ਨਾ ਇਹ ਬੱਚਾ ਹੈ, ਨਿਤ ਨਵਾਂ ਹੈ। ਉਵੇਂ ਭਗਤ ਪ੍ਰਹਲਾਦ ਜੀ ਨੇ ਦੱਸਿਆ ਵੀ ਸ਼ੁੱਧ ਸਰੂਪ ਆਤਮਾ ਸਰਬ ਵਿਆਪੀ ਹੈ, ਨਿਤ ਰਹਿਣ ਵਾਲਾ, ਹਮੇਸ਼ਾ। ਸਰੀਰ ਸਦਾ ਰਹਿਣ ਵਾਲਾ ਨਹੀਂ ਹੈ, ਅਸ਼ੁੱਧ ਵੀ ਹੈ, ਖੂਨ ਮਿੱਝ ਗੰਦਗੀ ਨਾਲ ਭਰਿਆ ਹੋਇਆ ਹੈ, ਅਤੇ ਫਿਰ ਇਹ ਸਦਾ ਰਹਿਣ ਵਾਲਾ ਨਹੀਂ ਹੈ। ਫਿਰ ਥੋੜ੍ਹੇ ਥਾਂ 'ਚ, ਇੱਕ ਥਾਂ 'ਚ ਜਿੱਥੇ ਮਨੁੱਖ ਖੜਾ ਉੱਥੇ ਹੀ ਇਹ ਉਹਨਾਂ ਥਾਂ ਹੀ ਕਵਰ ਕਰਨ ਵਾਲਾ ਹੈ। ਇਹ ਗਿਆਨ ਦੇ ਬਚਨ ਦੱਸੇ ਨਾਲ ਸਰੀਰ ਦੀ ਉਤਪਤੀ ਜਿਹੜੀ ਹੈ ਸਾਂਖ ਮਤ ਮੁਤਾਬਕ ਦੱਸੀ ਵੀ ਜੋ ਪੁਰਖ ਹੈ, ਪੁਰਖ ਭਾਵ ਪਰਮੇਸ਼ਰ, ਜਿਹਨੂੰ ਸਾਂਖ ਮਤ ਨੇ ਇੱਕ ਪਦਾਰਥ ਮੰਨਿਆ, ਇੱਕ ਰਸ ਰਹਿਣ ਵਾਲਾ ਸਦਾ ਹੀ, ਜਿਹੜਾ ਅਸੰਗ ਨਿਰਲੇਪ, ਨਾ ਕਿਸੇ ਕਿਰਿਆ ਵਿੱਚ ਹੀ ਆਉਂਦਾ, ਜੋ ਅਕਿਰਿਆ ਹੈ। ਉਹ ਪੁਰਖ ਤੋਂ ਪ੍ਰਕਿਰਤੀ ਬੀਜ ਰੂਪ, ਪ੍ਰਕਿਰਤੀ ਤੋਂ ਬਾਅਦ ਮਹਿ ਤੱਤ ਜਿਹੜਾ ਪੈਦਾ ਹੁੰਦਾ ਉਪਜਦਾ ਹੈ, ਜਿਹਨੂੰ ਬੁੱਧੀ ਤੱਤ ਕਿਹਾ ਜਾਂਦਾ ਹੈ। ਮਹਿ ਤੱਤ ਤੋਂ ਬਾਅਦ ਜਿਹੜਾ ਸੂਖਮ ਅਹੰਕਾਰ, ਜਿਹਨੂੰ ਤ੍ਰਿਦਾ ਅਹੰਕਾਰ ਕਿਹਾ ਜਾਂਦਾ ਹੈ, ਉਹ ਤ੍ਰਿਦਾ ਅਹੰਕਾਰ ਤੋਂ ਹੀ ਤਨ ਮਾਤਰਾ ਪੈਦਾ ਹੁੰਦੀਆਂ, ਜਿਹਨੂੰ ਸੂਖਮ ਤੱਤ, ਸ਼ਬਦ ਸਪਰਸ਼ ਰੂਪ ਰਸ ਗੰਧ ਕਿਹਾ ਜਾਂਦਾ ਹੈ। ਅਤੇ ਉਹਨਾਂ ਸੂਖਮ ਇਹ ਤ੍ਰਿਦਾ ਅਹੰਕਾਰ ਤੋਂ ਹੀ 16 ਤੱਤ ਜਿਹੜੇ ਹੈ, 16 ਪਦਾਰਥ ਪ੍ਰਗਟ ਹੁੰਦੇ ਹੈ। 5 ਜਿਹੜੀਆਂ ਤਨ ਮਾਤਰਾ ਸੂਖਮ, ਇਹਨਾਂ 5 ਤਨ ਮਾਤਰਾ ਤੋਂ ਹੀ 5 ਤੱਤ ਸਥੂਲ ਤੱਤ ਪੈਦਾ ਹੁੰਦੇ ਹੈ। ਅਤੇ ਤ੍ਰਿਦਾ ਅਹੰਕਾਰ ਤੋਂ ਹੀ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਅਤੇ ਮਨ ਪੈਦਾ ਹੁੰਦਾ ਹੈ। ਇਸ ਤਰ੍ਹਾਂ ਇਹ 24 ਹੈ। ਅਤੇ 24 ਦੇ ਪੁਰਖ 25ਵਾਂ, ਅਤੇ ਜਿਹੜੀ ਹੈ ਪ੍ਰਕਿਰਤੀ, ਉਹਦੇ ਬੀਜ ਰੂਪ, ਜਿਵੇਂ ਬੀਜ ਹੁੰਦਾ ਹੈ, ਉਹ ਬੀਜ ਵਿੱਚ ਸਾਰਾ ਰੁੱਖ ਹੀ ਸਮਾਇਆ ਹੁੰਦਾ ਹੈ। ਜਦੋਂ ਬੀਜ ਬੀਜਿਆ ਜਾਂਦਾ ਹੈ ਫਿਰ ਉਹਦਾ ਅੰਕੁਰ ਫੁੱਟਦਾ ਹੈ। ਮਹਿ ਤੱਤ ਜੋ ਬੁੱਧੀ ਤੱਤ, ਉਹ ਅੰਕੁਰ ਦੀ ਨਿਆਈ ਹੈ ਸਾਂਖ ਮਤ ਮੁਤਾਬਕ। ਜੋ ਤ੍ਰਿਦਾ ਅਹੰਕਾਰ ਆ, ਉਹ ਇਵੇਂ ਹੈ ਵੀ ਜਿਵੇਂ ਡੋਡੀ ਲੱਗੀ ਹੁੰਦੀ ਹੈ ਫੁੱਲ ਦੀ, ਉਹ ਫੁੱਲ ਵਿੱਚ ਹੀ ਪੰਖੜੀਆਂ ਹੁੰਦੀਆਂ ਛੋਟੀਆਂ ਛੋਟੀਆਂ, ਪਰ ਅਜੇ ਖੁੱਲ੍ਹਿਆ ਨਹੀਂ ਹੁੰਦਾ ਉਹ ਡੋਡੀ ਜੀ। ਇਸੇ ਤਰ੍ਹਾਂ ਤ੍ਰਿਦਾ ਅਹੰਕਾਰ ਜਿਹੜਾ, ਜਿਹਨੂੰ ਸੂਖਮ ਅਹੰਕਾਰ ਕਿਹਾ ਜਾਂਦਾ ਹੈ, ਜਿੰਨਾ ਚਿਰ ਪ੍ਰਗਟ ਨਹੀਂ ਹੁੰਦਾ, ਜਿਹਦੇ ਵਿੱਚ 3 ਅਵਸਥਾ ਗੁਣਾਂ ਦੀਆਂ, ਰਜੋ ਗੁਣ, ਸਤੋ ਗੁਣ, ਰਜੋ ਗੁਣ, ਤਮੋ ਗੁਣ। ਅਤੇ ਜਦੋਂ ਇਹ ਤ੍ਰਿਦਾ ਅਹੰਕਾਰ ਸਹੀ ਰੂਪ ਵਿੱਚ ਪ੍ਰਗਟ ਹੋ ਜਾਂਦਾ, ਜਿਵੇਂ ਉੱਧਰ ਫੁੱਲ ਦੀ ਡੋਡੀ ਖੁੱਲ੍ਹ ਜਾਂਦੀ ਅਤੇ ਪੰਖੜੀਆਂ ਫੁੱਲ ਦੀਆਂ ਨਿਕਲ ਆਉਂਦੀਆਂ, ਇਸੇ ਤਰ੍ਹਾਂ ਤ੍ਰਿਦਾ ਅਹੰਕਾਰ ਤੋਂ ਫਿਰ 16 ਪਦਾਰਥ ਜਿਹੜੇ ਪ੍ਰਗਟ ਹੁੰਦੇ ਹੈ। ਤਨ ਮਾਤਰਾ ਜਿਹੜੇ ਸੂਖਮ ਤੱਤ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 16ਵਾਂ ਮਨ। ਅਤੇ ਥੋੜ੍ਹਾ ਹੋਰ ਵੀ ਖੋਲ੍ਹ ਕੇ ਲਿਖਿਆ ਹੈ ਵੀ ਜਿਹੜਾ ਤ੍ਰਿਦਾ ਅਹੰਕਾਰ ਵਿੱਚ ਸਤੋਗੁਣੀ ਅਵਸਥਾ ਹੈ, ਸਾਤਵਿਕ ਅਵਸਥਾ, ਉਹ ਤੋਂ 5 ਗਿਆਨ ਇੰਦਰੀਆਂ ਦੇ ਦੇਵਤੇ ਅਤੇ ਮਨ ਪੈਦਾ ਹੁੰਦਾ ਹੈ। ਅਤੇ ਰਜੋਗੁਣੀ ਅਵਸਥਾ ਤੋਂ ਜੋ ਸੂਖਮ ਅਹੰਕਾਰ ਤ੍ਰਿਦਾ ਅਹੰਕਾਰ ਦੀ, ਉਹ ਤੋਂ 5 ਕਰਮ ਇੰਦਰੀਆਂ, 5 ਗਿਆਨ ਇੰਦਰੀਆਂ ਪੈਦਾ ਹੁੰਦੀਆਂ, ਉਪਜਦੀਆਂ। ਤ੍ਰਿਦਾ ਅਹੰਕਾਰ ਦੇ
ਜਿਹੜੀ ਤਮੋਗੁਣੀ ਅਵਸਥਾ, ਉਸੇ ਤੋਂ 5 ਤੱਤ ਜਿਹੜੇ ਸਥੂਲ ਤੱਤ ਧਰਤੀ, ਆਕਾਸ਼, ਅਗਨੀ, ਜਲ ਅਤੇ ਹਵਾ ਪੈਦਾ ਹੁੰਦੇ ਹੈ। ਸਾਂਖ ਮਤ ਮੁਤਾਬਕ ਪੁਰਖ ਤੋਂ ਲੈ ਕੇ ਤੇ ਇਹ ਤੱਤਾਂ ਤੱਕ 5 ਤੱਤ ਤੋਂ ਬਾਅਦ ਇਹ ਦੇਹਾਂ ਪ੍ਰਗਟ ਹੁੰਦੀਆਂ, ਸਰੀਰ ਪੈਦਾ ਹੁੰਦੇ ਹੈ। ਪਹਿਲਾ ਤੇ ਹੈ ਪੁਰਖ 1, ਪ੍ਰਕਿਰਤੀ 2 ਜੋ ਬੀਜ ਰੂਪ ਹੈ, ਮਹਿ ਤੱਤ ਜੋ ਅੰਕਰ ਰੂਪ ਹੈ 3, ਤ੍ਰਿਦਾ ਅਹੰਕਾਰ ਉਹ ਡੋਡੀ ਦੀ ਨਿਆਈ 4, ਤ੍ਰਿਦਾ ਅਹੰਕਾਰ ਤੋਂ ਹੀ ਜਿਹੜੇ ਤਨ ਮਾਤਰਾ ਸੂਖਮ ਤੱਤ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ 3, ਇਹ 4 ਤੇ 5 9 ਤੋਂ ਬਾਅਦ 10 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 19 ਦੇ ਮਨ 20 ਤੋਂ ਬਾਅਦ 5 ਜਿਹੜੇ ਸਥੂਲ ਤੱਤ ਹੈ। ਫਿਰ ਜਾ ਕੇ 5 ਤੱਤਾਂ ਤੋਂ ਸਾਰਾ ਹੀ ਇਹ ਸਰੀਰਾਂ ਦਾ ਪਸਾਰਾ ਹੈ, ਜਿਹੜੇ ਦੇਹਾਂ ਬਣਦੀਆਂ, ਇਹ ਸਾਂਖ ਮਤ ਮੁਤਾਬਕ। ਤੇ ਫਿਰ ਇਹ ਕਿਹਾ ਹੈ ਭਗਤ ਮਹਾਰਾਜ ਜੀ ਨੇ ਵੀ ਹੇ ਵਿਦਿਆਰਥੀਓ, ਸਾਰੇ ਇਹ ਤੱਤਾਂ ਦਾ, ਇਹ ਪਦਾਰਥਾਂ ਦਾ ਆਸਰਾ ਉਸ ਪੁਰਖ ਪਰਮੇਸ਼ਰ ਨੂੰ ਜਾਣ ਲਓ। ਸਾਰਿਆਂ ਵਿੱਚ ਹੀ ਉਹ ਸਮਾਇਆ ਹੋਇਆ ਹੈ, ਸਾਰੇ ਥਾਵਾਂ 'ਤੇ ਉਹੀ ਹੋਇਆ ਹੈ। ਇਹ ਵਿਦਾਂਤ ਮਤ ਮੁਤਾਬਕ ਹੈ ਵੀ ਇੱਕ ਪੁਰਖ ਸਭ ਥਾਵਾਂ ਵਿੱਚ ਸਮਾਇਆ ਹੋਇਆ, ਸਾਰੇ ਥਾਂ ਪਰਿਪੂਰਨ ਹੈ। ਅਤੇ ਵਿਦਾਂਤ ਮਤ ਵਿੱਚ ਇਸ ਤਰ੍ਹਾਂ ਹੈ, ਜਿਹੜਾ ਸਾਂਖ ਮਤ ਉਹ ਕਹਿੰਦੇ ਹੈ ਵੀ ਜਿੰਨੇ ਹੀ ਸਰੀਰ ਹੈ ਉਨੇ ਆਤਮਾ, ਉਨੇ ਪੁਰਖ ਹਨ। ਇੱਥੇ ਭਗਤ ਜੀ ਕਿਹਾ ਵੀ ਵਿਦਿਆਰਥੀ ਇਸ ਤਰ੍ਹਾਂ ਪੁਰਖ ਪਰਮੇਸ਼ਰ ਨੂੰ ਸਾਰੇ ਥਾਂ ਪਰਿਪੂਰਨ ਜਾਣ ਲਓ, ਭਗਵਾਨ ਦੇ ਚਰਨਾਂ ਦੇ ਨਾਲ ਪ੍ਰੇਮ ਕਰੋ, ਜਿਸ ਕਰਕੇ ਤੁਸੀਂ ਜਿਹੜਾ ਹੈ ਸਫਲ ਹੋ ਜਾਓਗੇ, ਆਨੰਦ ਪਾਓਗੇ ਜੀਵਨ ਭਾਉਂਦਾ। ਇਹ ਜਿਹੜਾ ਉਪਦੇਸ਼ ਮੈਨੂੰ ਨਾਰਦ ਭਗਤ ਜੀ ਦਿਖੀ ਜੀ ਨੇ ਸੁਣਾਇਆ, ਤੁਹਾਡੇ ਪ੍ਰਤੀ ਗਾਇਆ ਹੈ। ਵਿਸ਼ਨੂੰ ਭਗਵਾਨ ਦੇ ਕਰਮਾਂ, ਜਿਹੜੇ ਕਰਮ ਅਰਪਣ ਕਰਦੇ ਚਰਨਾਂ ਵਿੱਚ, ਕੋਈ ਕਾਮਨਾ ਨਾ ਰੱਖੋ। ਹੇ ਭਾਈ ਬਾਲਾ ਜੀ, ਇਸ ਤਰ੍ਹਾਂ ਸੁਣ ਕੇ ਸਾਰੇ ਵਿਦਿਆਰਥੀ ਪਰਮੇਸ਼ਰ ਦਾ ਨਾਮ ਸਿਮਰਨ ਲੱਗੇ। ਉਹ ਤੇ ਸਾਰੇ ਮਗਰ ਮਗਰ ਰਾਮ 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 ਕਹਿ ਕਰ ਤਾਲ ਬਜਾਵੇ, ਚਟਿਆ ਸਵੇ ਬਿਗਾਰੇ। ਸ਼ੁਕਰ ਚਾਰੀਏ ਜੋ ਦੈਂਤਾ ਦਾ ਗੁਰੂ ਦੇ ਪੁੱਤਰਾਂ ਨੇ, ਮੇਰੇ ਉਸਤਾਦਾਂ ਸੰਢਾ ਮਾਰਗਾਂ ਨੇ ਵੇਖ ਕੇ ਬੜੀ ਸ਼ੋਕ ਗਮ ਕੀਤਾ ਵੀ ਖੋਟੀ ਚਾਲ ਹੋ ਗਈ। ਫਿਰ ਉਹਨਾਂ ਨੇ ਲਿਆ ਕੇ ਮੈਨੂੰ ਮੇਰੇ ਪਿਤਾ ਕੋਲ ਛੱਡ ਦਿੱਤਾ ਵੀ ਇਹਨੂੰ ਸੰਭਾਲ ਘਰੇ ਪ੍ਰਹਿਲਾਦ ਨੂੰ, ਇਹ ਤਾਂ ਬਹੁਤ ਵਿਗੜ ਗਿਆ, ਇਹਨੇ ਤਾਂ ਸਾਰੀ ਪਾਠਸ਼ਾਲਾ ਸਕੂਲ ਹੀ ਵਿਗਾੜ ਦਿੱਤਾ ਹੈ, ਬੱਚੇ ਵੀ ਵਿਗੜ ਗਏ ਹਨ, ਤੂੰ ਇਹਨੂੰ ਇੱਥੇ ਹੀ ਰੱਖ, ਇਹ ਤਾਂ ਡਰਦਾ ਹੀ ਨਹੀਂ ਹੈ ਭੋਰਾ ਮਾਤਰ ਵੀ। ਫਿਰ ਉਸ ਵੇਲੇ ਕਹਿੰਦੇ ਵੀ ਮੇਰੇ ਪਿਤਾ ਜੀ ਨੇ ਬੜੇ ਮੈਨੂੰ ਜ਼ਹਿਰ ਵਰਗੇ ਬਚਨ ਕਹੇ ਵੀ ਉਹ ਕੁਲ ਦਾ ਨਾਸ ਕਰਨ ਵਾਲਿਆ, ਤੂੰ ਕਿਹਦੇ ਆਸਰੇ ਇਹੋ ਜਿਹੀਆਂ ਗੱਲਾਂ ਕਰਦਾ ਹੈ, ਨੀਚਾ ਤੂੰ ਮੇਰੀ ਆਗਿਆ ਮੋੜਦਾ ਹੈ। ਅਤੇ ਮੈਨੂੰ ਭਾਈ ਵਾਲਾ ਬਹੁਤ ਬਚਨ ਕਹੇ। ਫਿਰ ਮੈਂ ਕਿਹਾ ਵੀ ਪਿਤਾ ਜੀ, ਇਹ ਬਚਨ ਕਹਿ ਕੇ ਮੇਰੀ ਛਾਤੀ ਵਿੱਚ ਲੱਤ ਮਾਰੀ ਪਿਤਾ ਜੀ ਨੇ। ਫਿਰ ਮੈਂ ਕਿਹਾ ਪਿਤਾ ਜੀ ਵੇਖੋ, ਮੇਰਾ ਕੋਈ ਬਲ ਨਹੀਂ ਹੈ, ਤੁਹਾਡੇ ਵਿੱਚ ਕੋਈ ਬਲ ਨਹੀਂ ਹੈ, ਜਿਹੜਾ ਸਾਰੇ ਸੰਸਾਰ ਦਾ ਆਸਰਾ ਬਲ ਦੇਣ ਵਾਲਾ ਉਹ ਤਾਂ ਹੋਰ ਹੀ ਕੋਈ ਬਲੀ ਹੈ, ਉਹ ਤਾਂ ਮਹਾਨ ਬਲੀ ਹੈ, ਉਹਦੇ ਵਰਗਾ ਕੋਈ ਬਲੀ ਹੈ ਹੀ ਨਹੀਂ ਹੈ। ਅਤੇ ਪਿਤਾ ਜੀ ਇਸ ਕਰਕੇ ਤੁਸੀਂ ਗੁੱਸਾ ਨਾ ਕਰੋ, ਗੁੱਸਾ ਵਿਅਰਥ ਹੈ, ਗੁੱਸਾ ਆਪਣਾ ਛੱਡ ਦਿਓ। ਮਨ ਵੈਰੀ ਹੈ ਬੜਾ ਤਗੜਾ ਸੰਸਾਰ ਵਿੱਚ ਮਨੁੱਖ ਦਾ, ਇਹ ਮਨ ਨੂੰ ਤੁਸੀਂ ਮਾਰੋ, ਮਨ ਵੈਰੀ ਨੂੰ ਜਿੱਤ ਲਓ ਗੁਰੂ ਕੀ ਸੰਗਤ ਕਰਕੇ, ਪਰਮੇਸ਼ਰ ਭਗਵਾਨ ਦਾ ਨਾਮ ਸਿਮਰਨ ਕਰਕੇ, ਫਿਰ ਤੁਸੀਂ ਜਿੱਤ ਪਾ ਲਓਗੇ ਸੰਸਾਰ ਦੇ ਉੱਪਰ। ਇਸ ਤਰ੍ਹਾਂ ਜਦੋਂ ਗਿਆਨ ਦੇ ਬਚਨ ਹੀ ਭਗਤ ਜੀ ਨੇ ਕਹੇ ਹੈ, ਅਤੇ ਜਿਹੜਾ ਹਰਨਾਕਸ਼ ਗਿਆਨੀ ਸੀ ਬੇਸਮਝ, ਸੁਣ ਕੇ ਬਹੁਤ ਗੁੱਸਾ ਕੀਤਾ ਵੀ ਮੇਰੇ ਉੱਪਰ ਗਿਆਨ ਝਾੜਦਾ ਤੂੰ, ਮੇਰਾ ਪੁੱਤਰ ਹੋ ਕੇ ਕੱਲ੍ਹ ਦਾ ਬੱਚਾ। ਅਤੇ ਬਹੁਤ ਗੁੱਸਾ ਕੀਤਾ, ਨੇਤਰ ਲਾਲ ਕਰ ਲਏ ਜਿਵੇਂ ਖੂਨ ਹੁੰਦਾ ਹੈ, ਬੁੱਲ੍ਹਾਂ ਨੂੰ ਕੱਟਦਾ ਹੈ, ਬੜਾ ਭਿਆਨਕ ਰੂਪ ਧਾਰਨ ਕਰ ਲਿਆ। ਇੰਨਾ ਗੁੱਸਾ ਚੜ੍ਹਿਆ ਹੈ ਹਰਨਾਕਸ਼ ਨੂੰ, ਕਿਉਂਕਿ ਬਲੀ ਬੜਾ ਸੀ, ਤਪੱਸਿਆ ਬੜੀ ਕੀਤੀ। ਭਾਈ ਬਾਲਾ ਜੀ ਐਸਾ ਧੂੰਆਂ ਨਾ ਸਾਰਾ ਹੀ ਨਿਕਲਿਆ ਜਿਹੜਾ ਆਕਾਸ਼ ਨੂੰ ਹੀ ਚੜ੍ਹ ਗਿਆ। ਫਿਰ ਤਾਂ ਕੋਈ ਕਹਿਣ ਕਥਨ ਤੋਂ ਪਰੇ ਹੀ ਇੰਨਾ
ਜਿਹੜੇ ਸਭਾ ਸਦ ਦਰਬਾਰੀ ਬੈਠੇ ਦਰਬਾਰ ਵਿੱਚ ਦੈਂਤ, ਉਹ ਵੀ ਧੜਕ ਗਏ ਡਰ ਕੇ। ਕਿਸੇ ਨੇ ਕੁਝ ਨਹੀਂ ਕਿਹਾ ਵੀ ਹਰਨਾਕਸ਼ ਬਿਲਕੁਲ ਠੀਕ ਕਹਿ ਰਿਹਾ ਤੇਰਾ ਪੁੱਤਰ। ਸਾਰੇ ਚੁੱਪ ਕੀਤੇ ਰਹੇ। ਇਹ ਪ੍ਰਸੰਗ ਆਪਾਂ ਵਿਸਥਾਰ ਨਾਲ ਸਰਵਣ ਕੀਤਾ ਸੀ। ਅੱਗੇ ਜਿਵੇਂ ਕਥਾ ਵਿਚਾਰ ਭਗਤ ਪ੍ਰਹਿਲਾਦ ਜੀ ਦੀ ਆ ਰਹੀ ਹੈ, ਆਓ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਮਮ ਬੇਰੀ ਕਟਹੁ। ਭਾਈ ਸੰਤੋਖ ਸਿੰਘ ਜੀ ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੇ ਬੇਨਤੀ ਪੂਰਵਕ ਹੋ ਕੇ ਬੜੀ ਨਿਮਰਤਾ ਨਾਲ ਹੀ ਬੇਨਤੀ ਕਰ ਰਹੇ ਹੈ ਵੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੀ ਪ੍ਰਤੱਖ ਬੇੜੀ ਹੈ, ਕੈਦ ਹੈ, ਮਹਾਰਾਜ ਉਹ ਵੀ ਮੇਰੀ ਕੱਟੋ। ਇੱਥੇ ਕੱਟੋ ਪਾਠ ਕੱਸ ਕੇ ਕਰਨਾ। ਉਹ ਵੀ ਮੇਰੀ ਪ੍ਰਤੱਖ ਬੇੜੀ ਵੀ ਕੱਟੋ। ਅਤੇ ਇਸੇ ਤਰ੍ਹਾਂ ਹੀ ਜਿਹੜੀ ਹੰਗਤਾ ਦੀ ਬੇੜੀ ਹੈ, ਇਹ ਬੜੀ ਤਕੜੀ ਕੈਦ ਹੈ ਮੇਰ ਤੇਰ ਦੀ। ਇਹ ਮੇਰਾ, ਇਹ ਤੇਰਾ, ਇਹ ਵੀ ਬੜੀ ਵੱਡੀ ਕੈਦ ਹੈ। ਹੇ ਗੁਰੂ ਨਾਨਕ ਸਾਹਿਬ ਜੀ, ਆਪ ਮਹਾਨ ਹੋ। ਸਤਿਗੁਰੂ ਜੀ ਮੇਰੀ ਪ੍ਰਤੱਖ ਬੇੜੀ ਵੀ ਕੈਦ ਕੱਟ ਦਿਓ, ਅਤੇ ਜਿਹੜੀ ਹੰਗਤਾ ਦੀ ਮੇਰ ਤੇਰ ਰੂਪੀ ਬੇੜੀ ਹੈ ਉਹ ਵੀ ਕੱਟ ਦਿਓ ਜੀ। ਨਿਜ ਬੇਰੀ ਪਰਚਾਰ। ਆਪਣੀ ਭਗਤੀ ਰੂਪ ਬੇੜੀ ਤੇ ਚਾੜ ਕਰਕੇ ਇਸ ਬੇਰੀ ਹੈ ਭਵ ਸਫਲ। ਇਹ ਜਿਹੜੀ ਬੇਰੀ ਹੈ ਨਾ, ਵਾਰੀ ਮਨੁੱਖਾ ਜਨਮ ਦੀ, ਜਿਹੜੀ ਬੜੀ ਮੁਸ਼ਕਲ ਨਾਲ ਮਨੁੱਖਾ ਜਨਮ ਮਿਲਿਆ ਹੈ। ਮਹਾਰਾਜ ਇਸ ਵਾਰੀ ਦਾ ਜਿਹੜਾ ਜਨਮ ਬਹੁਤ ਜਿਹੜਾ ਕਠਿਨਾਈ ਨਾਲ ਮਿਲਿਆ ਹੈ, ਉਹ ਮੇਰਾ ਸਫਲਾ ਹੋ ਜਾਵੇ। ਸੰਸਾਰ ਵਿੱਚ ਆਇਆ ਹੋਇਆ ਬਿਨ ਬੇਰੀ ਕਰ ਪਾਰ। ਬਿਨਾਂ ਦੇਰੀ ਤੋਂ, ਬਿਨਾਂ ਮਹਾਰਾਜ ਦੇਰ ਲੱਗੇ ਤੋਂ ਮੈਨੂੰ ਇਹ ਸੰਸਾਰ ਰੂਪੀ ਨਦੀ ਤੋਂ ਡੁੱਬਣ ਤੋਂ ਬਚਾ ਲਓ, ਮੈਨੂੰ ਪਾਰ ਕਰ ਦਿਓ। ਇਹ ਬੇੜੀ ਜਿਹੜੀਆਂ ਹੱਥਾਂ ਨੂੰ ਹੱਥ ਘੜੀਆਂ ਲੱਗੀਆਂ ਹੁੰਦੀਆਂ, ਚੈਨ ਜੀ ਮਾਰ ਕੇ, ਇਹਨੂੰ ਹੱਥ ਘੜੀਆਂ ਕਹਿ ਦੇਈਦੀਆਂ। ਜਿਹੜੀਆਂ ਕੋਈ ਪੈਰਾਂ ਵਿੱਚ ਅਤੇ ਗਲ ਤੋਂ ਲੈ ਕੇ ਪੈਰਾਂ ਤੱਕ ਸੰਗਲੀਆਂ ਜਿਹੀਆਂ ਪਾਈਆਂ ਹੁੰਦੀਆਂ, ਉਹਨਾਂ ਨੂੰ ਜਿਹੜਾ ਬੇੜੀਆਂ ਕਿਹਾ ਜਾਂਦਾ ਹੈ, ਜਿਵੇਂ ਆ ਕੈਦੀਆਂ ਨੂੰ ਪਾਈਆਂ ਹੁੰਦੀਆਂ। ਅਤੇ ਭਾਈ ਸੰਤੋਖ ਸਿੰਘ ਜੀ ਨੇ ਉਹੀ ਬੇਨਤੀ ਕਰਦੇ ਹੋਏ ਕਿਹਾ, ਸਤਿਗੁਰੂ ਜੀ ਮੇਰੀ ਪ੍ਰਤੱਖ ਬੇੜੀ ਵੀ ਕੱਟ ਦਿਓ, ਉਹ ਵੀ ਕੈਦ ਕੱਟ ਦਿਓ। ਹੰਗਤਾ ਰੂਪ ਬੇੜੀ ਵੀ ਕੱਟ ਦਿਓ। ਆਪਣੀ ਭਗਤੀ ਰੂਪ ਬੇੜੀ ਉੱਪਰ ਚਾੜ ਕੇ, ਕਿਉਂਕਿ ਜਿਹੜਾ ਮਨੁੱਖਾ ਜਨਮ ਬਹੁਤ ਮਾਰਗ ਕਠਿਨਾਈ ਨਾਲ ਮਿਲਦਾ ਹੈ। ਇਸ ਵਾਰ ਜੋ ਜਨਮ ਮਿਲਿਆ ਹੈ, ਇਹ ਤੁਹਾਡੇ ਲੇਖੇ ਲੱਗ ਜਾਵੇ, ਸਫਲ ਹੋ ਜਾਏ। ਸੰਸਾਰ ਰੂਪੀ ਨਦੀ ਤੋਂ ਮੈਨੂੰ ਬਿਨਾਂ ਦੇਰੀ ਤੋਂ ਹੀ ਪਾਰ ਕਰ ਦਿਓ ਜੀ। ਸ੍ਰੀ ਬਾਲਾ ਸੰਦਰਵਾਚ ਚੌਪਈ। ਸ੍ਰੀ ਗੁਰ ਅੰਗਦ ਜੀ ਇਹ ਕਥਾ। ਭਾਈ ਬਾਲਾ ਜੀ ਕਥਨ ਕਰਕੇ ਕਹਿ ਰਹੇ ਹੈ ਵੀ ਹੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਇਹ ਜਿਹੜੀ ਭਗਤ ਪ੍ਰਹਿਲਾਦ ਜੀ ਦੀ ਬੜੀ ਪਵਿੱਤਰ ਕਥਾ ਹੈ। ਜਥਾ ਪ੍ਰਹਿਲਾਦ ਭਨੀ ਸੁਨ ਤਥਾ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਨੇ ਇਹ ਕਥਾ ਸਾਨੂੰ ਕਹੀ ਹੋਈ ਸੀ, ਸੁਣਾਈ ਹੋਈ ਸੀ, ਮਹਾਰਾਜ ਮੈਂ ਉਸੇ ਤਰ੍ਹਾਂ ਹੀ ਤੈਸੇ ਹੀ ਮੈਂ ਕਹਿੰਦਾ ਹਾਂ। ਆਪ ਸੁਣੋ ਜੀ ਧਿਆਨ ਨਾਲ। ਹਰਨਾਖਸ ਸੋਨਾ ਵਿਸ਼ਨਾ ਉਪਾਸਨਾ। ਉਸ ਵੇਲੇ ਫਿਰ ਭਗਤ ਪ੍ਰਹਿਲਾਦ ਜੀ ਨੇ ਕਿਹਾ ਵੀ, ਜਦੋਂ ਮੈਂ ਕਿਹਾ ਵੀ ਪਿਤਾ ਜੀ ਮਨ ਰੂਪੀ ਵੈਰੀ ਨੂੰ ਮਾਰੋ, ਇਹ ਬੜਾ ਤਕੜਾ ਵੈਰੀ ਹੈ, ਇਹ ਪੁੱਠੇ ਕੰਮ ਕਰਵਾ ਕੇ ਜੂਨਾਂ ਵਿੱਚ ਪਾ ਦਿੰਦਾ ਮਨੁੱਖ ਨੂੰ। ਤੁਸੀਂ ਇਹਨੂੰ ਜਿੱਤ ਲਓ ਅਤੇ ਸਾਰਾ ਸੰਸਾਰ ਹੀ ਜਿੱਤ ਲਓਗੇ। ਅਤੇ ਵਿਸ਼ਨੂੰ ਭਗਵਾਨ ਦੀ ਭਗਤੀ ਕਰੋ, ਸਤ ਸੰਗਤ ਕਰੋ,
ਤੁਸੀਂ ਮਹਾਨ ਹੋ ਜਾਓਗੇ, ਸਫਲ ਹੋ ਜਾਓਗੇ, ਇਹ ਜੰਮਣ ਮਰਨ ਨਾਸ ਹੋ ਜਾਏਗਾ। ਉਸ ਵੇਲੇ ਭਾਈ ਬਾਲਾ ਜੀ ਜਦੋਂ ਮੈਂ ਇਸ ਤਰ੍ਹਾਂ ਦੇ ਬਚਨ ਕਹੇ, ਪਿਤਾ ਹਰਨਾਕਸ਼ ਜੀ ਨੇ ਇਹ ਸੁਣ ਕੇ ਵੀ ਇਹ ਮੇਰਾ ਜੋ ਪੁੱਤਰ ਹੈ ਇਹ ਤੇ ਵਿਸ਼ਨੂੰ ਭਗਤੀ ਕਰਨ ਵਾਲਾ ਹੈ, ਵਿਸ਼ਨੂੰ ਦਾ ਭਗਤ ਹੈ। ਭਇਓ ਕਰੋਧ ਮੈਂ ਮਨ ਹਤਾਸਨਾ। ਇੰਨਾ ਕ੍ਰੋਧ ਹੋਇਆ ਉਸ ਵੇਲੇ, ਮਾਨੋ ਕਿ ਪਿਤਾ ਤੇ ਆਗੀ ਬਣ ਗਿਆ ਹੈ। ਮਾਰਨ ਚਹਸ ਮੰਦ ਮਤ ਮਾਨੀ। ਭਾਈ ਬਾਲਾ ਜੀ ਮੰਦੀ ਮਤ ਵਾਲਾ, ਭੈੜੀ ਅਕਲ ਵਾਲਾ, ਮੇਰਾ ਪਿਤਾ ਹਰਨਾਕਸ਼ ਮਾਨੀ ਹੰਕਾਰੀ ਮੈਨੂੰ ਮਾਰਨਾ ਹੀ ਚਾਹੁੰਦਾ ਸੀ। ਮੁਖ ਤੇ ਬੋਲਿਓ ਬਿਖਵਤ ਬਾਣੀ। ਉਸ ਵੇਲੇ ਮੁਖ ਤੋਂ ਜ਼ਹਿਰ ਵਰਗੀ ਬਚਨ ਬਾਣੀ ਬੋਲਿਆ। ਰੇ 60 ਬਾਲਕ ਮੋਹ ਬਿਨ ਈਸਾ। ਉਹ ਮੂਰਖ ਬੱਚੇ, ਮੇਰੇ ਤੋਂ ਬਿਨਾ ਦੱਸ ਕਿਹੜਾ ਇੱਥੇ ਈਸ਼ਵਰ ਮਾਲਕ ਹੈ ਵੱਡਾ। ਕਹੋ ਕਹਾਂ ਨਤ ਕਾਟਾਂ ਸੀਸਾ। ਆ ਕਿੱਥੇ ਆ ਦੱਸ ਮੈਨੂੰ, ਨਹੀਂ ਤੇ ਤੇਰਾ ਹੁਣੇ ਮੈਂ ਤਲਵਾਰ ਨਾਲ ਸਿਰ ਕੱਟ ਕੇ ਰੱਖ ਦਿਆਂਗਾ। ਅਸ ਕਹਿ ਮਿਆਨ ਹੈ ਤੇ ਸੋ ਮਹਾਨਾ। ਇਸ ਤਰ੍ਹਾਂ ਕਹਿ ਕਰਕੇ ਉਸ ਵੇਲੇ ਭਾਈ ਬਾਲਾ ਜੀ ਮੇਰੇ ਪਿਤਾ ਨੇ ਬੜੀ ਤਕੜੀ ਆ ਮਿਆਨ ਦੇ ਵਿੱਚੋਂ ਖੈਚ ਖੜਗ ਕਰ ਮਹਿ ਚਮਕਾਨਾ। ਤਲਵਾਰ ਖਿੱਚ ਕਰਕੇ ਇਹਦੇ ਹੱਥਾਂ ਵਿੱਚ ਲੈ ਕਰਕੇ ਤਾਂ ਨੂੰ ਕਰਕੇ ਚਮਕਾਉਣੀ ਕੀਤੀ ਹੈ। ਕੋ ਰਖਵਾਰੋ ਦੇਹੋ ਬਤਾਈ। ਕਹਿ ਲਗਾਓ ਮੂਰਖ ਬੱਚੇ, ਤੇਰਾ ਕੌਣ ਰਖਵਾਲਾ ਹੈ, ਅੱਜ ਦੱਸ ਦੇ ਮੈਨੂੰ। ਜਿਵੇਂ ਭਗਤ ਜੀ ਨੇ ਲਿਖਿਆ ਹੈ ਕਿ ਕਾੜ ਖੜਗ ਕੋ ਪਿਓਰੀ ਸਾਏ, ਤੁਝ ਰਾਖਣ ਹਾਰੋ ਮੋਹੇ ਬਤਾਏ। ਉਹ ਵੀ ਤਲਵਾਰ ਕੱਢ ਕੇ ਬੜਾ ਗੁੱਸਾ ਕੀਤਾ, ਕਹਿੰਦਾ ਉਹ ਮੂਰਖ ਬੱਚੇ, ਦੱਸ ਤੇਰਾ ਕਿਹੜਾ ਰਖਵਾਲਾ ਹੈ, ਕਿਹੜਾ ਤੈਨੂੰ ਬਚਾਏਗਾ ਅੱਜ। ਅਬ ਜਮ ਧਮ ਹੈ ਦਿਓ ਪਠਾਈ। ਆ ਹੁਣੇ ਤਲਵਾਰ ਨਾਲ ਤੇਰਾ ਸਿਰ ਵੱਢ ਕੇ ਜਮ ਦੇ ਘਰ ਪਹੁੰਚਾ ਦਿਆਂਗਾ ਤੈਨੂੰ। ਸੁਨ ਕਰ ਮੈਂ ਤਬ ਗਿਰਾ ਅਲਾਈ। ਭਾਈ ਬਾਲਾ ਜੀ ਸੁਣ ਕੇ ਪਿਤਾ ਦੇ ਬਚਨ, ਫਿਰ ਮੈਂ ਬਚਨ ਕਿਹਾ। ਪਰ ਪੂਰਨ ਹੈ ਸਭਨੀ ਥਾਈ। ਹਰਨਾਕਸ਼ ਕਹਿੰਦਾ ਉਹ ਕਿੱਥੇ ਤੇਰਾ ਰਖਵਾਲਾ, ਤੈਨੂੰ ਰੱਖਣ ਵਾਲਾ ਜੇ ਹੈਗਾ ਤੇ ਬਚਾ ਲੈ ਅੱਜ। ਤੇ ਉਸ ਵੇਲੇ ਭਾਈ ਬਾਲਾ ਜੀ ਮੈਂ ਕਿਹਾ, ਹੇ ਪਿਤਾ, ਉਹ ਪਰਮੇਸ਼ਰ ਦੇ ਸਾਰੇ ਥਾਵਾਂ ਤੇ ਪਰਿਪੂਰਨ ਹੈ। ਇਹ ਬਹੀਨਾ ਕੋ ਥਾਨ ਨਾ ਉਨਾ। ਉਸ ਪਰਮੇਸ਼ਰ ਤੋਂ ਬਿਨਾ ਤੇ ਕੋਈ ਥਾਂ ਊਣਾ ਹੀ ਨਹੀਂ ਹੈ, ਸਖਣਾ ਹੀ ਨਹੀਂ ਹੈ। ਉਹਦੇ ਮਾਲਕ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ। ਜੜ ਜੰਗਮ ਮੈਂ ਪਿਖਾ ਨਾ ਸੁਨਾ। ਜਿੰਨੇ ਆ ਜੜ ਹੈ, ਪਹਾੜ ਹੈ, ਪੱਥਰ ਹੈ, ਰੁੱਖ ਹੈ, ਇੱਕ ਥਾਂ ਟਿਕੇ ਹੋਏ, ਜਿੰਨੇ ਆ ਜੰਗਮ ਤੁਰਨ ਫਿਰਨ ਵਾਲੇ ਛੋਟੇ ਵੱਡੇ ਜੀਵ ਜੰਤੂ ਹੈ, ਇਹ ਪਿਤਾ ਮੈਂ ਦੇ ਸਾਰਿਆਂ ਵਿੱਚ ਹੀ ਉਸ ਮਾਲਕ ਨੂੰ ਵੇਖਦਾ, ਉਹਦੇ ਬਿਨਾਂ ਦੇ ਸੁੰਨੇ ਖਾਲੀ ਦੇਖਦਾ ਹੀ ਨਹੀਂ ਕਿਸੇ ਨੂੰ। ਕਹਤ ਜੇ ਹੈ ਜੜ ਜੰਗਮ ਮਾਹੀ। ਉਸ ਵੇਲੇ ਸੁਣ ਕੇ ਕਹਿੰਦੇ ਮੇਰੇ ਪਿਤਾ ਜੀ ਕਹਿਣ ਲੱਗੇ, ਉਹ ਮੂਰਖ ਬੱਚੇ, ਜੇ ਤੇਰਾ ਉਹ ਮਾਲਕ ਜੜ ਚੇਤਨ ਵਿੱਚ ਹੈ ਸਾਰੇ ਥਾਈ, ਇਹ ਸਤੰਭ ਮਹਿ ਦੀਸਤ ਨਾਹੀ। ਉਹ ਫਿਰ ਤੇਰਾ ਮਾਲਕ ਈਸ਼ਵਰ ਭਗਵਾਨ ਥੰਮਲੇ ਵਿੱਚ ਤੇ ਦਿਖਦਾ ਨਹੀਂ ਮੈਨੂੰ, ਜਿੱਥੇ ਤੈਨੂੰ ਬੰਨਿਆ ਹੈ। ਬਿਰਥਾ ਬਕਤ ਬਾਲਕ ਮਤ ਮੰਦੇ। ਉਹ ਭੈੜੀ ਮਤ ਵਾਲੇ ਬੱਚਿਆ, ਐਵੇਂ ਤੂੰ ਵਿਅਰਥੀ ਬਕਦਾ, ਬਕਵਾਸ ਕਰਦਾ ਪਿਓ ਅੱਗੇ। ਅਬ ਹੈ ਕਰਾਂ ਤਵ ਸੀਸ ਨਿਕੰਦੇ। ਆ ਹੁਣੇ ਤੇਰਾ ਸਿਰ ਜਾ ਕੱਟ ਕੇ ਰੱਖ ਦਿਆਂਗਾ ਮੈਂ। ਮੈਂ ਨਿਸ਼ਚੈ ਧਰ ਹਿਰਦੈ ਵਿਸੇਖੋ। ਉਸ ਵੇਲੇ ਭਾਈ ਬਾਲਾ ਜੀ ਮੈਂ ਆਪਣੇ ਹਿਰਦੇ ਵਿੱਚ ਬੜਾ ਤਕੜਾ ਹੀ ਭਰੋਸਾ ਧਾਰ ਕੇ ਕਹਿਓ ਥੰਬ ਦਿਸ਼ ਭਲ ਵਿਦ ਦੇਖੋ। ਮੈਂ ਕਿਹਾ ਪਿਤਾ ਜੀ ਆ ਚੰਗੀ ਤਰ੍ਹਾਂ ਹੀ ਥਮਲੇ ਦੀ ਤਰਫ ਦੇਖ ਤੂੰ। ਇਹ ਬਿਸ਼ਨ ਤਿਹ ਮਹਿ ਲਖ ਸਾਚੋ। ਜੋ ਸੱਚਾ ਹੈ ਨਾ ਵਿਸ਼ਨੂੰ ਭਗਵਾਨ,
ਜਾਣ ਲਓ ਥੰਮਲੇ ਵਿੱਚ ਹੀ ਇੱਥੇ ਹੀ ਹੈ। ਤੋਹੇ ਨਾ ਦੀਸਤ ਮਤ ਕੇ ਕਾਚੋ, ਮਤ ਦੇ ਕੱਚੇ ਪਿੱਲੇ ਪਿਤਾ ਤੈਨੂੰ ਨਹੀਂ ਉਹ ਦਿਸ ਸਕਦਾ। ਆਸ ਸੁਨ ਕੋਪ ਥੰਬ ਦਿਸ਼ ਦੇਖਾ। ਭਾਈ ਬਾਲਾ ਜੀ ਇਸ ਤਰ੍ਹਾਂ ਮੇਰੇ ਪਾਸੋਂ ਸੁਣ ਕੇ ਤੇ ਹਰਨਾਕਸ਼ ਮੇਰੇ ਪਿਤਾ ਨੇ ਥੰਮਲੇ ਦੀ ਤਰਫ ਬੜਾ ਗੁੱਸੇ ਨਾਲ ਦੇਖਿਆ। ਖੜਗ ਮੁਸਟ ਹਨ ਜੋਰ ਬਸੇਖਾ, ਬੜੀ ਜ਼ੋਰ ਦੇ ਨਾਲ ਹੀ ਉਹ ਥੰਮਲੇ ਵੱਲ ਵੇਖ ਕੇ ਜਿਹੜੀ ਤਲਵਾਰ ਦੀ ਮੁੱਠੀ ਹੈ ਉਹ ਮਾਰੀ ਹੈ ਉਸ ਥੰਮ ਨੂੰ। ਭਇਓ ਸ਼ਬਦ ਦਾਰਨ ਅਤ ਘੋਰਾ, ਜਦੋਂ ਹੀ ਉਹ ਜਿਹੜੀ ਹੈ ਥੰਮ ਨੂੰ ਮਾਰਿਆ ਹੈ ਤਲਵਾਰ ਦਾ ਮੁੱਠਾ ਜਿਹਾ, ਉਸ ਵੇਲੇ ਤੇ ਕਹਿੰਦੇ ਬੜਾ ਭਿਆਨਕ ਤਗੜਾ ਹੀ ਜਿਹੜਾ ਆਵਾਜ਼ਾ ਹੋਇਆ। ਜਨ ਬ੍ਰਹਮੰਡ ਦੀਨ ਕਿਨ ਫੋਰਾ, ਮਾਨੋ ਕਿ ਕਿਸੇ ਨੇ ਜਿਹੜਾ ਬ੍ਰਹਮੰਡ ਹੈ ਉਹੀ ਉਹ ਭੰਨ ਸੁੱਟਿਆ ਹੈ। ਸੁਨਿਓ ਵਿਧਾਤੇ ਆਪਨੋ ਲੋਕਾ, ਉਹ ਜਿਹੜਾ ਆਵਾਜ਼ਾ ਹੋਇਆ ਵਿਧਾਤੇ ਕਹੀਏ ਬ੍ਰਹਮਾ ਨੇ ਆਪਣੀ ਬ੍ਰਹਮਪੁਰੀ ਆਪਣੇ ਲੋਕ ਹੀ ਸੁਣਿਆ ਉਸ ਆਵਾਜ਼ ਨੂੰ। ਪਰਲਾ ਕਾਲ ਲੱਖ ਸਭ ਕੋ ਸੋਕਾ, ਜਿੰਨੇ ਸਾਰੇ ਲੋਕ ਹੈ ਪਰਲੇ ਕਾਲ ਦਾ ਸਮਾਂ ਜਾਣ ਕੇ ਬੜੇ ਸ਼ੋਕ ਗਮ ਦੇ ਸਹਿਤ ਹੋਏ ਵੀ ਹੁਣ ਤੇ ਮਰ ਜਾਾਂਗੇ ਅਸੀਂ। ਬਦਰ ਭਏ ਜੇ ਸਭਾ ਮਝਾਰੀ, ਭਾਈ ਬਾਲਾ ਜੀ ਜਿਹੜੇ ਸਭਾ ਵਿੱਚ ਦਰਬਾਰੀ ਬੈਠੇ ਹੋਏ ਸੀ ਉਹ ਆਵਾਜ਼ੇ ਨੂੰ ਸੁਣ ਕੇ ਸਾਰੇ ਬੋਲੇ ਹੋ ਗਏ। ਗਿਰੇ ਕਿਤਕ ਤਹ ਖਾਏ ਤਪਵਾਰੀ, ਕਈ ਕਿਤੇ ਜਿਹੜੇ ਸੈਨਿਕ ਤਲਵਾਰਾਂ ਲੈ ਕੇ ਪਹਿਰੇ ਤੇ ਖੜੇ ਸੀ ਉਹ ਆਵਾਜ਼ ਸੁਣ ਕੇ ਭੌਂਟਣੀਆਂ ਖਾ ਖਾ ਡਿੱਗੇ ਗੱਛਾਂ ਖਾ ਕੇ। ਸਭ ਦੈਂਤਨ ਕੀ ਸੁਧ ਤਬ ਨਾਸੀ, ਉਸ ਆਵਾਜ਼ ਭਿਆਨਕ ਨੂੰ ਸੁਣ ਕੇ ਜਿੰਨੇ ਸਾਰੇ ਦੈਂਤ ਸਭਾ ਵਿੱਚ ਬੈਠੇ ਹੋਏ ਸੀ ਸਾਰਿਆਂ ਦੀ ਜਿਹੜੀ ਖਬਰ ਸਾਰ ਉਹ ਨਾਸ ਹੋ ਗਈ, ਖਤਮ ਹੋ ਗਈ, ਹੋਸ਼ ਭੁੱਲ ਗਈ ਸਭ ਨੂੰ। ਚਾਰੋਂ ਦਿਸ ਮਹਿ ਧੁਨ ਜੋ ਪਰ ਸੋ ਪ੍ਰਕਾਸੀ, ਐਸੀ ਉਹ ਤਕੜੀ ਆਵਾਜ਼ ਹੋਈ ਜਦੋਂ ਇਹ ਤਲਵਾਰ ਮਾਰੀ ਹੈ ਮੇਰੇ ਪਿਤਾ ਨੇ ਥੰਮ ਉੱਪਰ, ਤੇ ਐਸੀ ਉਧਰੋਂ ਆਵਾਜ਼ ਆਈ ਅੱਗੋਂ ਚਾਰੇ ਤਰਫ ਹੀ ਉਹ ਜਿਹੜੀ ਆਵਾਜ਼ ਪ੍ਰਗਟ ਹੋਈ। ਸੁਨ ਧਨ ਜੇਸ ਚੱਕਰ ਚਿਤ ਮਾਹੀ, ਸੁਣ ਕੇ ਜੋ ਦੈਂਤਾਂ ਦਾ ਰਾਜਾ ਹਰਨਾਕਸ਼ ਹੈ ਚਿੱਤ ਵਿੱਚ ਹੈਰਾਨ ਹੋ ਗਿਆ। ਲੋਚਨ ਗੋਚਰ ਪਿਖਿਅਤ ਨਾਹੀ, ਕਿਉਂਕਿ ਉਹ ਐਸਾ ਭਿਆਨਕ ਸਰੂਪ ਉਹਦੇ ਨੇਤਰਾਂ ਸਾਹਮਣੇ ਤੇ ਕੋਈ ਦੇਸੀ ਨਹੀਂ ਸੀ ਰਿਹਾ, ਉਹਨੂੰ ਦੇਸੀ ਨਹੀਂ ਰਿਹਾ ਵੀ ਕਿੱਥੋਂ ਆਵਾਜ਼ ਆ ਰਹੀ ਇਹ। ਭਇਓ ਉਦਤ ਮਾਰਨ ਕਰਵਾਰਾ, ਭਾਈ ਬਾਲਾ ਜੀ ਜਦੋਂ ਫਿਰ ਮੈਨੂੰ ਤਲਵਾਰ ਮਾਰਨ ਵਾਸਤੇ ਹਰਨਾਕਸ਼ ਮੇਰਾ ਪਿਤਾ ਤਿਆਰ ਹੋਇਆ, ਤਬ ਨਰਹਰ ਨਿਜ ਰੂਪ ਦਿਖਾਰਾ, ਉਸ ਵੇਲੇ ਪਰਮੇਸ਼ਰ ਭਗਵਾਨ ਨੇ ਨਰ ਸਿੰਘ ਦਾ ਆਪਣਾ ਰੂਪ ਦਿਖਾਇਆ ਹਰਨਾਕਸ਼ ਨੂੰ। ਨਹਿ ਮਾਨੁਖ ਨਹਿ ਸਿੰਘ ਬਨਾਉ, ਉਹ ਜਿਹੜਾ ਸਰੂਪ ਸੀ ਨਰ ਸਿੰਘ ਦਾ, ਨਾ ਤੇ ਉਹ ਮਨੁੱਖ ਨਾ ਉਹ ਸ਼ੇਰ ਦੀ ਸ਼ਕਲ ਸੂਰਤ ਸੀ, ਭਾਵ ਜਿਹੜਾ ਅੱਧਾ ਸਰੀਰ ਥੱਲਿਓ ਮਨੁੱਖ ਦਾ ਉੱਪਰੋਂ ਸ਼ੇਰ ਦਾ ਸਰੀਰ ਸੀ। ਪ੍ਰਗਟਿਓ ਵੱਡੋ ਪ੍ਰਤਾਪ ਪ੍ਰਭਾਉ, ਬੜਾ ਤੇਜ ਪ੍ਰਤਾਪ ਵੱਡੇ ਪ੍ਰਤਾਪ ਵਾਲਾ ਹੀ ਪ੍ਰਗਟਿਆ ਨਰ ਸਿੰਘ ਭਗਵਾਨ। ਥੰਬ ਪਾੜ ਨਿਕਸੇ ਜਗਰਾਈ, ਥੰਬ ਜਿਹੜਾ ਥੰਮੜਾ ਜਿਹਾ ਪਾੜ ਕੇ ਜਗਤ ਦੇ ਰਾਜਾ ਭਗਵਾਨ ਪ੍ਰਗਟ ਹੋਏ ਨਰ ਸਿੰਘ ਰੂਪ ਵਿੱਚ। ਅਦਭੁਤ ਦਾਰਨ ਬੇਖ ਬਨਾਈ, ਉਹ ਜਿਹੜਾ ਨਰ ਸਿੰਘ ਦਾ ਰੂਪ ਸੀ ਬੜਾ ਆਸ਼ਚਰਜ ਭਿਆਨਕ ਹੀ ਭੇਖ ਬਣਾਇਆ ਸੀ, ਦੇਖਿਆ ਨਹੀਂ ਸੀ ਜਾਂਦਾ। ਦੈਤ ਰਾਜ ਅਵਲੋਕ ਵਿਚਾਰਾ, ਦੈਂਤਾਂ ਦਾ ਜੋ ਰਾਜਾ ਹਰਨਾਕਸ਼ ਹੈ ਐਸਾ ਨਰ ਸਿੰਘ ਰੂਪ ਦੇ ਕੇ ਸੋਚਣ ਵਿਚਾਰਨ ਲੱਗਾ। ਉਹ ਇਹ ਲਖਿਓ ਨਾ ਜਾਏ ਅਕਾਰਾ, ਕਹਿੰਦਾ ਵੀ ਉਹ ਕੌਣ ਆ ਇਹ ਆਕਾਰ ਜਾਣਿਆ ਹੀ ਨਹੀਂ ਜਾਂਦਾ, ਕੈਸਾ ਰੂਪ ਹੈ ਵੀ ਅੱਧਾ ਥੱਲਿਓਂ ਮਨੁੱਖ ਹੈ ਉੱਪਰੋਂ ਜਿਹੜਾ ਸ਼ੇਰ ਦਾ ਰੂਪ ਹੈ। ਤਾਂ ਹੀ ਨਰ ਸਿੰਘ, ਨਰ ਦਾ ਅਰਥ ਹੁੰਦਾ ਜਿਹੜਾ ਮਨੁੱਖ ਤੇ ਸਿੰਘ ਦਾ ਅਰਥ ਹੁੰਦਾ ਸ਼ੇਰ, ਤੇ ਥੱਲਿਓਂ ਸਰੀਰ ਜਿਹੜੀਆਂ ਲੱਤਾਂ ਤੋਂ ਲੈ ਕੇ ਵੱਖੀ ਤੱਕ ਉਹ ਤੇ ਮਨੁੱਖ ਦਾ ਰੂਪ, ਤੇ ਵੱਖੀ ਤੋਂ ਲੈ ਕੇ ਸਿਰ ਤੱਕ
ਬਾਹਾਂ ਵੀ ਉਹ ਸ਼ੇਰ ਦਾ ਰੂਪ ਸੀ। ਕੰਪਮਾਨ ਤਨ ਭੈ ਵੱਡ ਧਾਰੀ। ਹੇ ਭਾਈ ਵਾਲਾ, ਮੇਰੇ ਪਿਤਾ ਜੀ ਐਸਾ ਰੂਪ ਦੇਖ ਕੇ ਉਹਨਾਂ ਦਾ ਸਰੀਰ ਕੰਬਣ ਲੱਗਾ, ਬੜਾ ਤਕੜਾ ਹੀ ਬਲ ਭੈ ਧਾਰਿਆ, ਡਰ ਗਿਆ। ਨਿਸ਼ਚੈ ਕਰ ਨਾ ਸਕੈ ਸੁਧਾਰੀ। ਜਿਹੜੀ ਹੋਸ਼ ਤੇ ਹਾਰ ਹੰਬ ਗਈ, ਭੁੱਲ ਗਈ, ਆ ਨਿਰਣਾ ਹੀ ਨਹੀਂ ਕਰ ਸਕਿਆ ਵੀ ਇਹ ਕੌਣ ਹੈ। ਤਬ ਲੋ ਸ੍ਰੀ ਨਰ ਸਿੰਘ ਵਿਸਾਲਾ। ਤਬ ਉਸ ਵੇਲੇ ਤੱਕ ਜੋ ਸੁਭਾਏਮਾਨ ਭਗਵਾਨ ਹੈ ਨਰ ਸਿੰਘ ਦਾ ਰੂਪ ਬੜਾ ਤਕੜਾ ਹੀ। ਕਰਜ ਉਠੇ ਕਰ ਸ਼ਬਦ ਕਰਾਲਾ। ਬੜਾ ਭਿਆਨਕੀ ਸ਼ਬਦ ਆਵਾਜ਼ ਹੀ ਕਰਕੇ ਗੱਜ ਉਠੇ ਨਰ ਸਿੰਘ। ਬਾਰ ਬਾਰ ਮੁਖ ਲੇਤ ਜੰਬਾਈ। ਉਹ ਐਸਾ ਰੂਪ ਧਾਰਿਆ ਜਿਵੇਂ ਸ਼ੇਰ ਬਾਸੀਆਂ ਲੈਂਦਾ, ਬਾਰ ਬਾਰ ਮੁਖੋਂ ਬਾਸੀਆਂ ਲੈ ਰਹੇ ਸਨ। ਦੇਖਤ ਦਾੜਾ ਧੀਰ ਨਸਾਈ। ਦਾੜਾਂ ਇੰਨੀਆਂ ਤਗੜੀਆਂ ਵੱਡੀਆਂ ਦੇਖ ਦੇਖ ਕੇ ਧੀਰ ਦੀ ਨਸ ਰਹੀ ਸੀ ਦੈਂਤਾਂ ਦੀ। ਸ਼੍ਰੋਨਤ ਸਰਸੇ ਆਰੁਣ ਲੋਚਨਾ। ਉਹ ਜੋ ਨਰ ਸਿੰਘ ਨੇ ਆਪਣੇ ਨੇਤਰ, ਉਹਨਾਂ ਦੇ ਐਸੇ ਨੇਤਰ ਜਿਵੇਂ ਲਹੂ ਹੁੰਦਾ, ਲਹੂ ਵਰਗੇ ਲਾਲ ਨੇਤਰ ਸਨ। ਜੀਭ ਖੜਗ ਸਮ ਜਨ ਦੁਖ ਮੋਚਨਾ। ਰਸਨਾ ਜ਼ੁਬਾਨ ਤੇ ਜਿਵੇਂ ਤਿੱਖੀ ਤਲਵਾਰ ਹੋਵੇ, ਐਸੀ ਸੀ ਜ਼ੁਬਾਨ ਜਨਾ ਭਗਤਾਂ ਦੇ ਦੁੱਖਾਂ ਨੂੰ ਕੱਟਣ ਵਾਲੀ। ਰੰਗ ਸਰੀਰ ਕਨਕ ਜਨਤਾਵਾ। ਜਿਹੜਾ ਸਰੀਰ ਦਾ ਰੰਗ ਸੀ ਨਰ ਸਿੰਘ ਭਗਵਾਨ ਦਾ, ਜਿਵੇਂ ਕਿਸੇ ਨੇ ਸੋਨਾ ਤਪਾਇਆ, ਬੜਾ ਚਮਕਾ ਮਾਰਦਾ, ਇਸ ਤਰ੍ਹਾਂ ਸੀ ਚਮਕਦਾ ਸਰੀਰ। ਧਾਰਨ ਊਚੋ ਕਾਨ ਉਠਾਵਾ। ਉਹ ਉੱਤੇ ਜਿਹੜਾ ਸਿਰ ਸ਼ੇਰ ਦਾ ਹੋਣੇ ਕਰਕੇ ਕੰਨ ਬੜੇ ਉੱਚੇ ਜੇ ਭਿਆਨਕ ਹੀ ਚੁੱਕੇ ਉਠਾਏ ਐ। ਗਿਰ ਕੰਦਰ ਸਮ ਬਦਨ ਪਸਾਰਾ। ਮੁੱਖ ਜਿਵੇਂ ਪਹਾੜ ਦੀ ਗੁਫਾ ਹੁੰਦੀ ਹੈ, ਕੰਦਰ ਹੁੰਦੀ ਹੈ, ਇਵੇਂ ਖੋਲਿਆ ਟੱਡਿਆ ਹੈ। ਫਿਰ ਕੋਟੀ ਕੁਟਲ ਧਨਖ ਆਕਾਰਾ। ਪਰਵੱਟੇ ਜਿਹੜੇ ਐਵੇਂ ਟੇਢੇ ਆ, ਜਿਵੇਂ ਧਨਖ ਹੁੰਦਾ ਹੈ ਟੇਢਾ ਜਿਹਾ ਆਕਾਰ ਦਾ। ਕੰਠ ਰੋਮ ਕਰ ਤਰਸਤ ਘਨ ਕੋ। ਭਾਈ ਬਾਲਾ ਜੀ, ਜਿਹੜੇ ਗਲ ਦੇ ਰੋਮ ਹੈ ਜਿਵੇਂ ਬੱਦਲ ਕਾਲੇ ਹੁੰਦੇ, ਐਵੇਂ ਕਾਲੇ ਰੋਮ ਸਨ। ਜਦੋਂ ਐਵੇਂ ਬਾਲ ਜੇ ਗਲ ਦੇ ਝਾੜੇ ਐ ਨਰ ਸਿੰਘ ਅਵਤਾਰ ਨੇ, ਬੱਦਲ ਵੀ ਡਰਦੇ ਉਸ ਵੇਲੇ। ਸੁਰਗਤੀਕ ਬਿਸਤਾਰਿਓ ਤਨ ਕੋ। ਭਗਵਾਨ ਨੇ ਆਪਣਾ ਨਰ ਸਿੰਘ ਵਾਲਾ ਜਿਹੜਾ ਸਰੀਰ ਹੈ ਤੇ ਉਹ ਸਵਰਗਾਂ ਤੱਕ ਫੈਲਾ ਲਿਆ, ਤਕੜਾ ਕਰ ਲਿਆ। ਔਰ ਹੈ ਆਇਤ ਕਟ ਜਿਨ ਸ਼ੀਨਾ। ਜਿਸ ਭਗਵਾਨ ਨਰ ਸਿੰਘ ਦੀ ਛਾਤੀ ਬੜੀ ਚੌੜੀ ਹੈ, ਕਮਰ ਬੜੀ ਪਤਲੀ ਹੈ, ਕਿਹਦੀ ਸ਼ੇਰ ਵਰਗੀ। ਦੋਨੋਂ ਬਾਹੋ ਵਿਸਾਲ ਸੋ ਪੀਨਾ। ਦੋਵੇਂ ਬਾਹਾਂ ਅਜਾਨ ਬਾਹੋ ਹੈ, ਬਹੁਤ ਤਕੜੀਆਂ ਬਾਹਾਂ ਤੇ ਸਖਤ ਹਨ। ਕੁਟਲ ਬਿਕਟ ਨਖ ਅਤਸ਼ਾ ਘੋਰਾ। ਜਿਹੜੇ ਹੈ ਨੌ ਉਹ ਬਹੁਤ ਹੀ ਸਖਤ ਹਨ, ਕਰੜੇ ਹੈ ਤੇ ਬਹੁਤ ਭਿਆਨਕ ਹਨ ਨੌ ਜਿਹੜੇ ਹੱਥਾਂ ਦੇ। ਬੱਜਰ ਆਦ ਤੇ ਅਧਿਕ ਕਠੋਰਾ। ਇੰਦਰ ਦੇਵਤੇ ਦਾ ਜਿਵੇਂ ਬੱਜਰ ਸ਼ਾਸਤਰ 7 ਧਾਤੂਆਂ ਦਾ ਬਣਿਆ ਹੋਇਆ, ਇਸ ਤਰ੍ਹਾਂ ਅਤ ਦੇ ਸਖਤ ਹਨ ਉਹ ਨੌ। ਦੇਖਤ ਭਾਜੇ ਦਾਨਵ ਸਰਬਾ। ਐਸੇ ਰੂਪ ਨੂੰ ਦੇਖ ਕੇ, ਐਸੇ ਨੌਹਾਂ ਨੂੰ ਦੇਖ ਕੇ ਜਿਹੜੇ ਦੈਂਤ ਉਹ ਸਾਰੇ ਉਸ ਵੇਲੇ ਵੇਖ ਵੇਖ ਭੱਜੇ। ਦੈਂਤ ਰਾਜ ਗਹਿ ਗਦਾ ਸੋ ਬਰਗਾ। ਗਰਬਾ ਭਾਈ ਬਾਲਾ ਜੀ, ਮੇਰੇ ਪਿਤਾ ਜੋ ਦੈਂਤਾਂ ਦਾ ਰਾਜਾ ਹਰਨਾਕਸ਼ ਨੂੰ ਹੰਕਾਰ ਹੋਇਆ ਪਿਆ ਸੀ, ਇਹਨੇ ਨਹੀਂ ਕੁਝ ਦੇਖਿਆ ਤੇ ਇਹਨੇ ਉਸ ਵੇਲੇ ਗਦਾ ਕਈਏ ਗੁਰਜ ਫੜ ਲਈ। ਬਾਲ ਨਿਦ ਹੁਤੋ ਧਰੇ ਉਰ ਧੀਰਾ। ਬਲ ਦਾ ਤੇ ਖਜ਼ਾਨਾ ਹੀ ਸੀ, ਬਲ ਦਾ ਘਰ ਹੀ ਸੀ, ਜਿਹਦੇ ਕਰਕੇ ਹਿਰਦੇ ਵਿੱਚ ਧੀਰਜ ਧਾਰ ਕੇ ਹੌਸਲਾ ਰੱਖ ਕੇ ਆਵਾ ਸਨਮੁਖ ਜੋ ਵੱਡ ਵੀਰਾ। ਜੋ ਆਪਣੇ ਆਪ ਨੂੰ ਬੜਾ ਤਕੜਾ ਸੂਰਬੀਰ ਸਮਝਦਾ ਸੀ ਤੇ ਨਰ ਸਿੰਘ ਭਗਵਾਨ ਦੇ ਸਾਹਮਣੇ ਆਇਆ। ਮਹਾਮਤ ਕੁੰਚਰ ਜਿਉ ਧਾਇਓ। ਜਿਵੇਂ ਬੜਾ ਕੋਈ ਮਸਤ ਹਾਥੀ ਹੋਵੇ ਤੇ ਉਹ ਬੜਾ ਦੌੜਦਾ ਹੈ, ਇਵੇਂ ਦੌੜ ਕੇ ਆਇਆ ਹੈ ਮੇਰਾ ਪਿਤਾ ਹਰਨਾਕਸ਼। ਤਿਉ ਸ਼੍ਰੀ ਨਰਹਰ ਕੇ ਢਿਗ ਆਇਓ। ਤਿਵੇਂ ਹੀ ਸੋਭਾ ਵਾਲੇ ਭਗਵਾਨ
ਨਰਸਿੰਘ ਦੇ ਕੋਲ ਆਇਆ, ਮਸਤੇ ਹਾਥੀ ਵਾਂਗ ਭੱਜ ਕੇ। ਗਹੇ ਗਦਾ ਕਰ ਜੋਰ ਪ੍ਰਹਾਰੀ। ਭਾਈ ਬਾਲਾ ਜੀ ਉਹ ਗਦਾ ਗੁਰਜ ਹੱਥ ਵਿੱਚ ਚੰਗੀ ਤਰ੍ਹਾਂ ਫੜ ਕੇ ਬੜੀ ਜ਼ੋਰ ਨਾਲ ਮਾਰੀ ਹੈ ਭਗਵਾਨ ਨੂੰ। ਕੌਣ ਇਤ ਉਤ ਫਿਰ ਘਾਤ ਵਿਚਾਰੀ। ਫਿਰ ਇੱਧਰ ਉੱਧਰ ਜਿਹੜਾ ਉਹ ਦਾ ਘਾਜਿਆ ਕਰਦਾ, ਵਿਚਾਰਾਂ ਜੀਆਂ ਕਰਦਾ ਵੀ ਕਿੱਧਰੋਂ ਮਾਰਾਂ, ਗੁਰਜ ਚਲਾਉਂਦਾ ਸੱਜੇ ਖੱਬੇ। ਤੀਏ ਬਾਰ ਨੇਰ ਜਬ ਕੀਨਾ। ਜਦੋਂ ਹੀ ਮੇਰੇ ਪਿਤਾ ਹਰਨਾਕਸ਼ ਨੇ ਦੂਸਰੀ ਵਾਰ ਭਗਵਾਨ ਦੇ ਨੇੜੇ ਜੇ ਜਾਣਾ ਕੀਤਾ ਹੈ। ਸ੍ਰੀ ਨਰਸਿੰਘ ਤਬਹਿ ਗਹਲੀਨਾ। ਸੁਭਾਏ ਮਾਂ ਨਰਸਿੰਘ ਭਗਵਾਨ ਨੇ ਉਸੇ ਵੇਲੇ ਕਹਿੰਦੇ ਆ ਮੇਰੇ ਪਿਤਾ ਨੂੰ ਫੜ ਲਿਆ। ਬਿਨਾ ਪ੍ਰਯਾਸ ਗਰੁੜ ਇਹ ਗਹਈ। ਜਿਸ ਤਰ੍ਹਾਂ ਬਿਨਾ ਯਤਨ ਹੀ ਜਿਹੜਾ ਆ ਗਰੜ ਹੈ ਪੰਛੀਆਂ ਦਾ ਰਾਜਾ, ਉਹ ਸੱਪ ਨੂੰ ਫੜ ਲੈਂਦਾ ਬਿਨਾ ਕਿਸੇ ਯਤਨ ਤੋਂ ਹੀ। ਤਿਉ ਗਹਲੀਨਾ ਛੁਟਨ ਕੋ ਚਾਹੀ। ਉਸੇ ਤਰ੍ਹਾਂ ਹੀ ਭਾਈ ਬਾਲਾ ਮੇਰੇ ਪਿਤਾ ਨੂੰ ਸੱਪ ਵਰਗੇ ਨੂੰ ਭਗਵਾਨ ਨਰਸਿੰਘ ਜੋ ਗਰੜ ਸਮਾਨ ਨਾ ਫੜ ਲਿਆ ਹੈ, ਇਹ ਛੁੱਟਣਾ ਚਾਹੁੰਦਾ, ਤਰਲੋ ਮੱਛੀ ਹੁੰਦਾ ਵੀ ਛੁੱਟ ਜਾ ਮੈਂ। ਲੀਲਾ ਹੇਤ ਪ੍ਰਭੂ ਪੁਨ ਸ਼ੋਰਾ। ਭਗਵਾਨ ਨਰਸਿੰਘ ਨੇ ਲੀਲਾ ਜੀ ਕਰਨ ਵਾਸਤੇ ਦਾ ਤਮਾਸ਼ਾ ਜਾਂ ਦੇਖਣ ਵਾਸਤੇ ਵੀ ਕੀ ਕਰ ਲੈਂਦਾ ਹੈ, ਫਿਰ ਛੱਡ ਦਿੱਤਾ ਹੈ। ਛੁੱਟ ਕਰ ਗਰਜਤ ਭਾ ਤਬ ਘੋਰਾ। ਜਦੋਂ ਫਿਰ ਇਹ ਛੁੱਟਿਆ, ਛੁੱਟ ਕਰਕੇ ਬੜਾ ਭਿਆਨਕ ਗੱਜਿਆ ਹਰਨਾਕਸ਼। ਹਾਹਾਕਾਰ ਦੇਵ ਸਭ ਕਰਹਿ। ਉਧਰ ਆਕਾਸ਼ ਵਿੱਚ ਖੜੇ ਜਿਹੜੇ ਜਿੰਨੇ 33 ਕਰੋੜ ਦੇਵਤੇ ਹੈ, ਸਾਰੇ ਹਾਹਾਕਾਰ ਹੀ ਕਰ ਰਹੇ ਸਨ। ਕੰਨ ਪਟ ਕਰ ਦੇਖਹਿ ਔਰ ਡਰਹਿ। ਜੋ ਬੱਦਲ ਹੈ ਉਹਨਾਂ ਦਾ ਪਰਦਾ ਜਾ ਕਰਕੇ ਹਿਰਦੇ 'ਚ ਡਰ ਧਾਰ ਕੇ ਦੇਖਦੇ ਐ ਇਹ ਲੜਾਈ। ਰੱਬ ਕੇ ਬਲ ਮਹਿ ਸ਼ੰਕਾ ਮਨ। ਜੋ ਭਗਵਾਨ ਵਿਸ਼ਨੂੰ ਜੀ ਹੈ ਤੇ ਉਹਨਾਂ ਨੇ ਨਰਸਿੰਘ ਦਾ ਅਵਤਾਰ ਧਾਰਨ ਕੀਤਾ ਹੈ, ਉਹ ਨਰਸਿੰਘ ਭਗਵਾਨ ਦੇ ਬਲ ਵਿੱਚ ਸ਼ੰਕਾ ਮੰਨਦੇ ਇਹ ਦੇਵਤੇ। ਹਰਨਾਕਸ ਕੋ ਬਲੀ ਪਛਾਨ। ਹਰਨਾਕਸ਼ ਨੂੰ ਬਲੀ ਪਛਾਣਦੇ ਵੀ ਹਰਨਾਕਸ਼ ਤਕੜਾ ਹੈ ਨਰਸਿੰਘ ਤੋਂ। ਇਹ ਖਗਪਤ ਜਿਉ ਖੇਲਨ ਹੇਤਾ। ਪਰ ਉਹ ਇਹ ਨਹੀਂ ਜਾਣਦੇ ਵੀ ਜਿਵੇਂ ਗਰੜ ਆ ਸੱਪ ਦੇ ਨਾਲ ਖੇਡਣ ਵਾਸਤੇ ਲਖਤ ਨਾ ਕਰਹੀ ਕਿਰਪਾ ਨਿਕੇਤਾ। ਉਹ ਸੱਪ ਦੇ ਨਾਲ ਖੇਡਣ ਵਾਸਤੇ ਜਿਹੜਾ ਗਰੜ ਹੈ ਉਹ ਕਦੀ ਪਹੁੰਚਾਂ 'ਚ ਫੜ ਲੈਂਦਾ, ਕਦੀ ਛੱਡ ਦਿੰਦਾ ਹੈ, ਤੇ ਸੱਪ ਸੋਚਦਾ ਵੀ ਪਤਾ ਨਹੀਂ ਮੈਂ ਬਲੀ ਹਾਂ। ਇਸੇ ਤਰ੍ਹਾਂ ਕਿਰਪਾ ਦੇ ਖਜ਼ਾਨੇ ਜੋ ਭਗਵਾਨ ਨਰਸਿੰਘ ਬਣੇ ਹੋਏ, ਉਹਨਾਂ ਦੀ ਲੀਲਾ ਨਹੀਂ ਜਾਣਦੇ ਦੇਵਤੇ ਵੀ ਉਹ ਤੇ ਖੇਲ ਹੀ ਕਰ ਰਹੇ ਹੈ ਹਰਨਾਕਸ਼ ਸੱਪ ਨੂੰ ਫੜਨ ਵਾਸਤੇ। ਮਨ ਧਨ ਜੇਸ ਲਏ ਆਸ ਢਾਲਾ। ਭਾਈ ਬਾਲਾ ਜੀ ਫਿਰ ਮੇਰੇ ਜੋ ਪਿਤਾ ਹੈ ਹਰਨਾਕਸ਼, ਉਹਨਾਂ ਨੇ ਆਪਣੇ ਹੱਥ ਵਿੱਚ ਕਿਰਪਾਨ ਤੇ ਢਾਲ ਲੈ ਲਈ। ਆਇਓ ਪ੍ਰਭ ਸਮੀਪ ਤਤਕਾਲਾ। ਪ੍ਰਭੂ ਜੋ ਬਣੇ ਹੋਏ ਨਰਸਿੰਘ ਰੂਪ ਵਿੱਚ ਤੇ ਬੜੀ ਛੇਤੀ ਇਹਨਾਂ ਕੋਲ ਦੌੜ ਕੇ ਆਇਆ ਤਲਵਾਰ ਢਾਲ ਲੈ ਕੇ। ਸ੍ਰੀ ਨਰਸਿੰਘ ਗਰਜ ਧੁਨ ਘੋਰਾ। ਉਸ ਵੇਲੇ ਫਿਰ ਨਰਸਿੰਘ ਭਗਵਾਨ ਵੀ ਬੜੀ ਭਿਆਨਕ ਆਵਾਜ਼ ਵਿੱਚ ਹੀ ਗੱਜੇ। ਦਾਰਨ ਕੀ ਚਾਹੂੰ ਔਰ ਕਠੋਰਾ। ਚਾਰੇ ਤਰਫ ਹੀ ਬੜਾ ਸਖਤ ਹੀ ਭਿਆਨਕ ਹੀ ਆਵਾਜ਼ਾਂ ਕੀਤਾ। ਔਰ ਗਹਿਓ ਤਨ ਜੇ ਸਹ ਆਸੇ। ਜਦੋਂ ਆਵਾਜ਼ਾਂ ਜਾ ਦਿੱਤਾ ਹੈ, ਜਿੰਨੇ ਆ ਹੈ ਸੀ ਨਾ ਦੈਂਤ, ਇਹ ਸਾਰੇ ਦੌੜ ਗਏ। ਗਹਲੇਤ ਮੇਂਢਕਾ ਜਾਸੇ। ਜਿਸ ਤਰ੍ਹਾਂ ਕਹਿੰਦੇ ਤਕੜਾ ਹੀ ਸੱਪ ਡੱਡੂ ਫੜੀ ਜਾਂਦਾ, ਫੜ ਲੈਂਦਾ ਹੈ, ਬੜੀ ਛੇਤੀ ਛੱਡਦਾ ਨਹੀਂ, ਖਾ ਲੈਂਦਾ ਹੈ। ਭਗਵਾਨ ਨੇ ਇਸੇ ਤਰ੍ਹਾਂ ਹੀ ਇਹ ਡੱਡੂ ਵਰਗਾ ਜਿਹੜਾ ਹਰਨਾਕਸ਼ ਉੱਥੇ ਹੀ ਫੜ ਲਿਆ, ਦਬੋਚ ਲਿਆ ਹੈ। ਫਰਫਰਾਤ ਭਾਜਨ ਇਤ ਉਤ ਕੋ। ਭਾਈ ਬਾਲਾ ਜੀ ਉਸ ਵੇਲੇ ਮੇਰੇ ਪਿਤਾ ਜੀ ਜਿਹੜਾ ਹੈ ਨਾ ਭੱਜਣ ਵਾਸਤੇ ਇੱਧਰ ਉੱਧਰ ਫੜਾਉਂਦਾ, ਤਰਲੋ ਮੱਛੀ ਹੁੰਦਾ ਵੀ ਛੁੱਟ ਜਾ ਕਿਸੇ ਤਰ੍ਹਾਂ। ਡੇਟ ਗਹਲੀ ਨਾ ਜਾਣ ਦੀਏ ਕਿਤ ਕੋ। ਪਰ ਨਰਸਿੰਘ ਨੇ ਤੇ ਐਵੇਂ ਪਕੜਿਆ, ਪੱਕਾ ਕਰਕੇ ਫੜ ਲਿਆ ਹੈ
ਕਿਤੇ ਇੱਧਰ ਉੱਧਰ ਜਾਣ ਹੀ ਨਹੀਂ ਦਿੱਤਾ। ਇਹ ਛਿਨ ਸਭਾ ਦੁਆਰ ਕੇ ਥਾਨਾ। ਉਸ ਵੇਲੇ ਸਾਰੇ ਫੜ ਕਰਕੇ ਇਹਨੂੰ ਜਿਹੜੀ ਸਭਾ ਦਾ ਦਰਵਾਜ਼ਾ ਸੀ, ਅੱਜ ਜਿੱਥੇ ਸਭਾ ਲੱਗੀ ਹੋਈ ਉਹ ਦਰਵਾਜ਼ੇ ਦੇ ਥਾਂ ਵਿੱਚ ਧਾਰ ਉਰੂ ਪਰ ਸ੍ਰੀ ਭਗਵਾਨਾ। ਸਭਾ ਦਾ ਦਰਵਾਜ਼ਾ ਸੀ ਤੇ ਭਾਵ ਦਰਵਾਜ਼ੇ ਵਿੱਚ ਜਿਹੜੀ ਡਿਉੜੀ ਹੈ, ਉਹ ਡਿਉੜੀ ਦੇ ਵਿੱਚ ਭਗਵਾਨ ਨੇ ਨਰਸਿੰਘ ਰੂਪ ਵਿੱਚ ਆਪਣੇ ਪੱਟਾਂ ਉੱਪਰ ਰੱਖ ਲਿਆ ਹਰਨਾਕਸ਼ ਨੂੰ। ਤੂਰਨ ਨਖ ਸੋ ਉਦਰ ਬਿਦਾਰਾ। ਉਹ ਬੜੀ ਛੇਤੀ ਨਾਲ ਹੀ ਆਪਣੇ ਲੰਬੇ ਲੰਬੇ ਨੋਹਾਂ ਨਾਲ ਹਰਨਾਕਸ਼ ਦਾ ਪੇਟ ਪਾੜ ਦਿੱਤਾ, ਛਾਤੀ ਤੱਕ ਚੀਰ ਕੇ ਰੱਖ ਦਿੱਤਾ। ਮਹਾਬਲੀ ਇੱਕ ਛਿਨ ਮੈਂ ਮਾਰਾ। ਜੋ ਬੜਾ ਮਹਾਬਲੀ ਸੀ ਦੈਂਤ ਹਰਨਾਕਸ਼ ਤਪ ਵਾਲਾ, ਭਗਵਾਨ ਨੇ ਬਿਨਾਂ ਯਤਨ ਹੀ ਇੱਕ ਛਿਨ ਵਿੱਚ ਹੀ ਮਾਰ ਦਿੱਤਾ। ਉਹ ਦਰਵਾਜ਼ੇ ਵਿੱਚ ਹੀ ਮਾਰਿਆ ਸੀ। ਨਹ ਅੰਤਰ ਨਹ ਬਾਹਰ ਕੀਨਾ। ਨਾ ਤੇ ਉਹ ਅੰਦਰ ਸੀ ਜਦੋਂ ਮਾਰਿਆ ਹੈ, ਨਾ ਬਾਹਰ ਹੀ ਮਾਰਨਾ ਕੀਤਾ ਹੈ, ਕਿਉਂਕਿ ਸਭਾ ਦਾ ਜਿਹੜਾ ਦਰਵਾਜ਼ਾ ਹੈ, ਜਿਹੜਾ ਸਭਾ ਦਾ ਦਰਵਾਜ਼ਾ ਹੈ, ਤੇ ਉਹ ਸਭਾ ਦੇ ਦਰਵਾਜ਼ੇ ਵਿੱਚ ਇਹਨੂੰ ਰੱਖਿਆ ਸੀ ਪੱਟਾਂ ਉੱਪਰ। ਤੇ ਉਹ ਡਿਉੜੀ ਹੈ। ਹੁਣ ਡਿਉੜੀ ਜਿਹੜੀ ਹੁੰਦੀ ਨਾ ਤੇ ਘਰ ਦੇ ਬਾਹਰ ਹੁੰਦੀ ਹੈ, ਨਾ ਅੰਦਰ ਹੁੰਦੀ, ਵਿਚਕਾਰ ਹੁੰਦੀ ਹੈ। ਐਵੇਂ ਉਹ ਡਿਉੜੀ ਦੇ ਵਿੱਚ ਤੇ ਦਰਵਾਜ਼ੇ ਵਿਚਕਾਰ ਪੱਟਾਂ ਦੇ ਉੱਪਰ ਰੱਖ ਕੇ ਤੇ ਇਹਨੂੰ ਮਾਰਿਆ, ਨੌਹਾਂ ਨਾਲ ਪਾੜ ਦਿੱਤਾ। ਨਾਲ ਪੁੱਛਿਆ ਵੀ ਹਰਨਾਕਸ਼ ਦੱਸ, ਜੋ ਤੂੰ ਵਰ ਮੰਗਿਆ ਸੀ, ਨਾ ਘਰ ਦੇ ਅੰਦਰ ਮਾਰਾ ਨਾ ਬਾਹਰ ਮਾਰਾ, ਵੀ ਤੂੰ ਘਰ ਦੇ ਅੰਦਰ ਤੇ ਨਹੀਂ ਹੈ, ਤੂੰ ਘਰ ਦੇ ਬਾਹਰ ਤੇ ਨਹੀਂ ਹੈ। ਕਹਿੰਦਾ ਵੀ ਨਹੀਂ ਭਗਵਾਨ ਜੀ, ਨਾ ਮੈਂ ਘਰ ਦੇ ਅੰਦਰ ਨਾ ਮੈਂ ਬਾਹਰ ਹਾਂ। ਐਵੇਂ ਭਗਵਾਨ ਨੇ ਇਹਨੂੰ ਨੌਹਾਂ ਨਾਲ ਪਾੜ ਦਿੱਤਾ। ਦਿਓਸ ਨਾ ਨਿਸਾ ਜਬ ਹੈ ਹਨ ਦੀਨਾ। ਫਿਰ ਜਦੋਂ ਮਾਰਿਆ ਉਦੋਂ ਨਾ ਦਿਨ ਸੀ ਨਾ ਰਾਤ ਹੀ ਸੀ। ਇਹਨੇ ਵਰ ਲਿਆ ਸੀ ਬ੍ਰਹਮਾ ਕੋਲੋਂ, ਨਾ ਦਿਨੇ ਮਰਾਂ ਨਾ ਰਾਤ ਮਰਾਂ। ਉਹ ਦਿਨ ਵੀ ਨਹੀਂ ਸੀ ਨਾ ਰਾਤ ਸੀ। ਉਸ ਵੇਲੇ ਸੰਧਿਆ ਦਾ ਸਮਾਂ ਸੀ, ਜਿਵੇਂ ਦਿਨ ਤੇ ਰਾਤ ਦੀ ਜਿੱਥੇ ਸੰਧੀ ਹੁੰਦੀ ਹੈ ਜਾ ਕੇ, ਉਹ ਸੰਧਿਆ ਦਾ ਸਮਾਂ ਕਿਹੜਾ ਆ ਰਹਿਰਾਸ ਸਾਹਿਬ ਦਾ, ਇਹਨੂੰ ਸੰਧਿਆ ਦਾ ਸਮਾਂ ਕਿਹਾ ਜਾਂਦਾ। ਉਦੋਂ ਨਾ ਦਿਨ ਨਾ ਰਾਤ ਹੁੰਦੀ ਹੈ। ਤੇ ਤਾਂ ਹੀ ਉਹ ਰੋਜ਼ ਜਦੋਂ ਰਹਿਰਾਸ ਆਰੰਭ ਹੁੰਦੀ ਹੈ, ਸ਼ਬਦ ਪੜਿਆ ਜਾਂਦਾ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਾ ਅੰਤਲੇ ਛਡਾਇਆ। ਉਹ ਸੰਧਿਆ ਦਾ ਸਮਾਂ ਹੁੰਦਾ ਰਹਿਰਾਸ ਦਾ। ਉਸ ਵੇਲੇ ਇਹਨੂੰ ਨਾ ਰਾਤ ਸੀ ਨਾ ਦਿਨ ਸੀ ਜਦੋਂ ਮਾਰਿਆ, ਕਿਉਂਕਿ ਉਦੋਂ ਸੰਧਿਆ ਦਾ ਸਮਾਂ ਸੀ। ਨਹ ਧਰਨੀ ਨਹ ਅੰਬਰ ਮਾਹੀ। ਇਹਨੇ ਵਾਰ ਲਿਆ ਸੀ, ਨਾ ਧਰਤੀ ਵਿੱਚ ਮਰਾਂ ਨਾ ਆਕਾਸ਼ ਵਿੱਚ ਮਰਾਂ। ਤੇ ਉਹ ਭਗਵਾਨ ਨੇ ਆਪਣੇ ਪੱਟਾਂ ਉੱਪਰ ਰੱਖਿਆ ਸੀ, ਨਾ ਇਹ ਧਰਤੀ ਤੇ ਲੱਗਦਾ ਨਾ ਆਕਾਸ਼ ਵਿੱਚ ਹੀ ਸੀ। ਜੀਅਤ ਮਿਰਤਕ ਦੋ ਬਿਦ ਨਖ ਨਾਹੀ। ਫਿਰ ਜਿਹੜੇ ਆ ਨੌ ਹੈ, ਇਹ ਨਾ ਜੀਂਦਿਆਂ ਵਿੱਚ ਨਾ ਮਰਿਆਂ ਵਿੱਚ ਆਉਂਦੇ ਹੈ, ਕਿਉਂਕਿ ਨਾ ਨੌ ਜੀਂਦੇ ਨਾ ਮੋਏ ਹੀ ਹੈ। ਜੇ ਜਿਹੜੇ ਹੈ, ਜੇ ਹੁਣ ਇਹ ਜੀਂਦੇ ਹੋਣ, ਜੇ ਆਪਾਂ ਹੁਣ ਨੌਂ ਨੂੰ ਕੱਟਦੇ ਹਾਂ ਤੇ ਸਾਨੂੰ ਕੋਈ ਪੀੜ ਨਹੀਂ ਹੁੰਦੀ, ਇਸ ਤਰ੍ਹਾਂ ਇਹ ਮੋਏ ਪ੍ਰਤੀਤ ਹੁੰਦੇ ਹੈ। ਤੇ ਜੇ ਹੁਣ ਮੋਏ ਹੋਣ ਤੇ ਫਿਰ ਇਹ ਨੌ ਵਧਣ ਨਾ, ਤੇ ਨੌ ਵਧੀ ਵੀ ਜਾਂਦੇ ਹੈ। ਇਸ ਤਰ੍ਹਾਂ ਇਹ ਜਿਹੜੇ ਨੌ ਹੈ, ਇਹ ਨਾ ਜੀਂਦਿਆਂ ਵਿੱਚ ਨਾ ਮਰਿਆਂ ਵਿੱਚ, ਉਹ ਕਿਸੇ ਚੀਜ਼ ਵਿੱਚ ਨਹੀਂ ਆਉਂਦੇ ਜਿਨ੍ਹਾਂ ਨਾਲ ਇਸ ਨੂੰ ਪਾੜਿਆ ਹੈ। ਬਿਦ ਕੀ ਰਚਨਾ ਜਨਮ ਨਾ ਲੀਨਾ। ਇਹਨੇ ਇਹ ਵੀ ਵਾਰ ਲਿਆ ਸੀ ਵੀ ਹੇ ਬ੍ਰਹਮਾ, ਜਿੱਥੇ ਤੱਕ ਤੇਰੀ ਰਚਨਾ ਹੈ, ਭਾਵ ਤੇਰੀ ਬਣਾਈ ਹੋਈ ਸ੍ਰਿਸ਼ਟੀ ਹੈ, ਤੇ ਉਹਨਾਂ ਕੋਲੋਂ ਮੈਂ ਨਾ ਮਰਾਂ। ਤੇ ਹੁਣ ਭਗਵਾਨ ਵਿਸ਼ਨੂੰ ਬ੍ਰਹਮਾ ਦੀ ਰਚਨਾ ਵਿੱਚੋਂ ਨਹੀਂ ਆ, ਉਹਦੇ ਵੱਖਰੇ ਆਪਣੇ ਆਪ ਤੋਂ ਪੈਦਾ, ਪਰਮੇਸ਼ਰ ਦੇ ਬਣਾਏ ਹੋਏ ਬ੍ਰਹਮਾ ਦੇ ਪੈਦਾ ਕੀਤੇ ਨਹੀਂ ਹੈ। ਬ੍ਰਹਮਾ ਦੀ ਰਚਨਾ ਵਿੱਚੋਂ ਨਹੀਂ ਹੈ, ਜਨਮ ਲਿਆ ਕੋਈ ਨਹੀਂ ਹੈ। ਇਸ ਕਰਕੇ ਵਿਸ਼ਨੂੰ ਭਗਵਾਨ ਨੇ ਮਾਰਿਆ ਹੈ, ਕੋਈ ਬ੍ਰਹਮਾ ਦੀ ਰਚਨਾ ਵਾਲਾ ਮਨੁੱਖ ਨਹੀਂ ਸੀ। ਸ਼ਿਲਾ ਥੰਬ ਤੇ ਨਿਕਸ ਪਰ ਬਿਨਾ। ਤੇ ਇਹਨੇ ਵੀ ਕਿਹਾ ਸੀ ਵੀ ਜਿਵੇਂ ਕੋਈ ਮਾਂ ਦੇ ਪੇਟੋਂ ਜਨਮ ਲੈ ਕੇ ਕੋਈ ਵੀ ਪਸ਼ੂ ਹੋਵੇ, ਪੰਛੀ ਹੋਵੇ, ਭਾਵ ਜਿਹੜਾ ਮਾਂ ਦੇ ਪੇਟੋਂ ਜਨਮ ਲੈਂਦਾ ਹੈ, ਉਹਦੇ ਰਾਹੀਂ ਨਾ ਮੈਂ ਮਰਾਂ। ਹੁਣ ਉਹ ਭਗਵਾਨ ਜੋ ਹੈ ਨਰਸਿੰਘ ਰੂਪ ਵਿੱਚ ਉਹ ਥੰਬ ਵਿੱਚੋਂ ਪ੍ਰਗਟ ਹੋਏ ਹੈ,
ਪੱਥਰ ਦੀ ਸਿਲਾ ਵਿੱਚੋਂ ਥੰਬ ਵਿੱਚੋਂ ਨਿਕਲੇ ਹੈ ਅੰਤਰਜਾਮੀ ਭਗਵਾਨ, ਇਹ ਮਾਂ ਦੇ ਪੇਟੋਂ ਨਹੀਂ ਪੈਦਾ ਹੋਏ। ਅਤੇ ਇਸ ਤਰ੍ਹਾਂ ਜਿਹੜਾ ਹੈ ਉਹ ਪੱਥਰ ਦੀ ਸਿਲਾ ਜਿਹੜੀ ਉਹ ਥੰਬ ਵਿੱਚੋਂ ਨਿਕਲਿਆ ਸੀ ਭਗਵਾਨ ਅੰਤਰਜਾਮੀ, ਅਤੇ ਜਿਸ ਕਰਕੇ ਕਿਸੇ ਮਾਂ ਦੇ ਪੇਟੋਂ ਜਨਮ ਨਹੀਂ ਲਿਆ ਅਤੇ ਇਹਨੂੰ ਖਤਮ ਕੀਤਾ ਹੈ। ਇਹਨੇ ਹੋਰ ਵੀ ਉਹ ਵਰ ਲਿਆ ਸੀ, ਨਾ ਮੈਂ ਜਿਹੜਾ ਅੱਗ ਵਿੱਚ ਮਰਾਂ ਨਾ ਜਲ ਵਿੱਚ। ਹੁਣ ਉੱਥੇ ਨਾ ਅੱਗ ਹੀ ਸੀ ਨਾ ਜਲ ਹੀ ਸੀ ਜੇ ਨਾ ਮਰਿਆ। ਫਿਰ ਇਹਨੇ ਕਿਹਾ ਸੀ ਕਿ ਮੈਂ ਜਿਹੜਾ ਨਾ ਮਨੁੱਖ ਤੋਂ ਮਰਾਂ ਅਤੇ ਨਾ ਮੈਂ ਕਿਸੇ ਜਿਹੜਾ ਜਾਨਵਰ ਤੋਂ ਮਰਾਂ। ਹੁਣ ਭਗਵਾਨ ਨਾ ਤੇ ਮਨੁੱਖ ਹੈ ਨਾ ਉਹ ਜਾਨਵਰ ਹੀ ਹੈ, ਤੇ ਰਲਿਆ ਮਿਲਿਆ ਹੀ ਸੀ। ਇੱਕ ਤੇ ਅੱਧਾ ਸ਼ੇਰ ਦਾ ਹਿੱਸਾ ਅੱਧਾ ਮਨੁੱਖ ਦਾ ਹਿੱਸਾ, ਦੋਵੇਂ ਹਿੱਸੇ ਜੀ ਨਹੀਂ ਸਨ। ਉਹ ਵੀ ਇਹਦੇ ਵਰ ਪੂਰੇ ਕੀਤੇ। ਫਿਰ ਇਹਨੇ ਵਰ ਲਿਆ ਸੀ ਵੀ ਮੈਂ 12 ਮਹੀਨਿਆਂ ਵਿੱਚ ਨਾ ਮਰਾਂ, 12 ਮਹੀਨਿਆਂ ਵਿੱਚ ਮੈਨੂੰ ਕੋਈ ਨਾ ਮਾਰ ਸਕੇ, ਭਾਵ ਕਦੀ ਨਾ ਮਰਾਂ। ਪਰ ਜਿਹੜਾ ਹੈ ਇਹਨੂੰ ਉਸ ਵੇਲੇ ਮਾਰਿਆ ਜਦੋਂ ਲੌਂਦ ਦਾ ਮਹੀਨਾ ਹੁੰਦਾ ਹੈ। ਉਹ ਮਹੀਨਾ 13ਵਾਂ ਮਹੀਨਾ ਹੁੰਦਾ ਹੈ, ਜਿਹੜੇ ਆ ਚੰਦਰਮਾ ਦੇ ਮੁਤਾਬਕ ਸੁਧੀਵਦੀ ਪੱਖ ਨਾਲ ਇੱਕ ਜਿਹੜਾ ਮਹੀਨਾ ਵੱਧ ਜਾਂਦਾ, 13ਵਾਂ ਮਹੀਨਾ ਹੋ ਜਾਂਦਾ 3 ਸਾਲਾਂ ਬਾਅਦ ਹੀ। ਉਹ 3 ਸਾਲ ਬਾਅਦ ਇਹ 13ਵਾਂ ਮਹੀਨਾ ਹੁੰਦਾ ਹੈ, ਜਿਸ ਕਰਕੇ ਜਿਹੜਾ ਹੋਲਾ ਮਹੱਲਾ ਹੈ ਉਹ ਕਦੀ ਅੱਗੇ ਹੋ ਜਾਂਦਾ ਕਦੀ ਪਿੱਛੇ ਹੋ ਜਾਂਦਾ ਹੈ। ਅਤੇ ਇਹਨੇ ਇਹ ਜਿਹੜੇ ਵਰ ਲਏ ਹੋਏ ਸੀ ਵੀ ਮੈਂ 12 ਮਹੀਨਿਆਂ 'ਚ ਨਾ ਮਰਾਂ, ਅਤੇ ਉਹ ਪਰਮੇਸ਼ਰ ਨੇ ਇਹਨੂੰ 13ਵੇਂ ਮਹੀਨੇ ਮਾਰਿਆ। ਲੌਂਦ ਦੇ ਮਹੀਨੇ ਵਿੱਚ ਇਹ ਚੰਦਰਮਾ ਦਾ ਇੱਕ ਸੁਧੀਵਦੀ ਪੱਖ ਕਰਕੇ 13ਵਾਂ ਮਹੀਨਾ ਵਾਧੂ ਦਾ ਹੁੰਦਾ ਹੈ। ਸਾਲ ਦਾ ਹਿਸਾਬ ਠੀਕ ਰੱਖਣ ਵਾਸਤੇ ਤੀਸਰੇ ਵਰੇ ਵਧਾਇਆ ਹੋਇਆ ਮਹੀਨਾ ਹੈ। ਅਤੇ ਹਿੰਦੂ ਮਤ ਅਨੁਸਾਰ ਇਹਨੂੰ ਮਲਮਾਸ ਦਾ ਮਹੀਨਾ ਵੀ ਕਿਹਾ ਜਾਂਦਾ। ਇਹ ਮਹੀਨੇ ਵਿੱਚ ਆਪਾਂ ਜਿਹੜਾ ਕੋਈ ਖੁਸ਼ੀ ਦਾ ਕੰਮ ਨਹੀਂ ਕਰ ਸਕਦੇ ਹਿੰਦੂ ਮਤ ਅਨੁਸਾਰ। ਅਤੇ ਉਸ ਮਹੀਨੇ ਪਰਮੇਸ਼ਰ ਨੇ ਮਾਰਿਆ ਸੀ 13ਵੇਂ ਮਹੀਨੇ, ਜਿਹੜਾ 3 ਸਾਲਾਂ ਬਾਅਦ ਹੀ ਆਉਂਦਾ ਹੈ। ਮਲਮਾਸ ਦਾ ਮਹੀਨਾ ਜਾਂ ਲੌਂਦ ਦਾ ਮਹੀਨਾ ਸੀ। ਕਰੇ ਸਾਜ ਸਭ ਭਜਨ ਵਿਧਾਤਾ, ਜੋ ਬ੍ਰਹਮਾ ਨੇ ਬਚਨ ਕਹੇ ਹੋਏ ਸੀ, ਵਰ ਦਿੱਤੇ ਹੋਏ ਸੀ ਭਗਵਾਨ ਵਿਸ਼ਨੂੰ ਨੇ, ਉਹ ਸਾਰੇ ਇਹਦੇ ਸੱਚੇ ਕੀਤੇ। ਹਰਨਾਕਸ਼ ਦੇ ਨਾਲ ਪੁੱਛਿਆ, ਵੇਖ ਲਾ ਹਰਨਾਕਸ਼, ਜੋ ਤੂੰ ਵਰ ਮੰਗਿਆ ਉਹਦੇ ਵਿੱਚੋਂ ਕੋਈ ਹੈ ਤਾਂ ਨਹੀਂ ਨਾ ਉਹ ਜਿਹਦੇ ਨਾਲ ਤੈਨੂੰ ਮਾਰ ਰਹੇ ਆ? ਕਹਿੰਦਾ ਭਗਵਾਨ ਬਿਲਕੁਲ ਠੀਕ, ਕੋਈ ਐਸਾ ਵਰ ਜਿਹੜਾ ਦਿੱਤਾ ਉਹਦੇ ਵਿੱਚੋਂ ਤੁਸੀਂ ਨਹੀਂ ਕੋਈ ਜਿਹੜਾ ਤਬਦੀਲੀ ਕੀਤੀ ਹੈ। ਇਹ ਸਾਰੇ ਵਰ ਉਹਨੂੰ ਦਿਖਾ ਕੇ ਫਿਰ ਨੌਵਾਂ ਦੇ ਨਾਲ ਛਾਤੀ ਤੱਕ ਉਹਦਾ ਪੇਟ ਚੀਰ ਕੇ ਮਾਰਿਆ ਸੀ ਹਰਨਾਕਸ਼। ਦਾਨਵ ਹਨਿਆ ਭਗਤ ਦੁਖ ਦਾਤਾ, ਹੇ ਭਾਈ ਬਾਲਾ, ਜੋ ਦੈਂਤ ਮੇਰਾ ਪਿਤਾ ਸੀ, ਜਿਹੜਾ ਭਗਤਾਂ ਨੂੰ ਦੁੱਖ ਦੇਣ ਵਾਲਾ, ਉਹ ਭਗਵਾਨ ਨੇ ਮਾਰ ਦਿੱਤਾ ਇਸ ਤਰ੍ਹਾਂ। ਉਦਰ ਵਿਦਾਰਿਓ ਕ੍ਰੋਧ ਅਪਾਰਾ, ਜਿਸ ਨਰਸਿੰਘ ਭਗਵਾਨ ਨੂੰ ਬਿਰਤ ਕ੍ਰੋਧ ਹੋਇਆ ਤੇ ਕ੍ਰੋਧ ਨਾਲ ਇਹ ਪੇਟ ਇਹਦਾ ਪਾੜ ਦਿੱਤਾ, ਚੀਰ ਦਿੱਤਾ। ਕਾਲ ਭਿਆਨ ਜਿਮ ਬਦਨ ਪਸਾਰਾ, ਉਹ ਪੇਟ ਪਾੜ ਵੀ ਦਿੱਤਾ, ਖਤਮ ਵੀ ਹਰਨਾਕਸ਼ ਨੂੰ ਕਰ ਦਿੱਤਾ। ਪਰ ਕਹਿੰਦੇ ਮੁੱਖ ਤੇ ਫਿਰ ਵੀ ਐ ਪਸਾਰਿਆ, ਖੋਲਿਆ ਹੋਇਆ ਜਿਵੇਂ ਭਿਆਨਕ ਹੀ ਕਾਲ ਮੌਤ ਆਈ ਹੋਵੇ। ਰੌਣਤ ਸੋ ਭੀਗੇ ਸਭ ਅੰਗਾ, ਜਦੋਂ ਹਰਨਾਕਸ਼ ਨੂੰ ਮਾਰਿਆ, ਕਿਉਂਕਿ ਸਰੀਰ ਦਾ ਵੀ ਬੜਾ ਬਲੀ ਤਕੜਾ ਸੀ, ਸਾਰੇ ਅੰਗ ਹੀ ਭਗਵਾਨ ਦੇ ਖੂਨ ਨਾਲ ਭਿੱਜ ਗਏ। ਸੁੰਦਰ ਸ਼ੋਭਤ ਭਏ ਸੁਰੰਗਾ, ਸੋਹਣਾ ਜਿਹੜਾ ਲਾਲ ਰੰਗ ਨਾਲੇ ਬੜੇ ਸੋਭਨੀਕ ਹੋਏ ਭਗਵਾਨ ਲਾਲ ਰੰਗ ਦੇ। ਅੰਤ ਕਾਟ ਗਰੀਬ ਮਹਿ ਡਾਰੀ, ਭਾਈ ਬਾਲਾ ਜੀ, ਜਿਹੜੇ ਮੇਰੇ ਪਿਤਾ ਦੀਆਂ ਆਂਦਰਾਂ ਹੈ ਉਹ ਕੱਢ ਕਰਕੇ ਆਪਣੇ ਗਲ ਵਿੱਚ ਪਾ ਲਈਆਂ ਭਗਵਾਨ ਨੇ। ਸ਼ਾਂਤ ਨਾ ਹੋਵਤ ਰੋਸ ਅਪਾਰੀ, ਇੰਨਾ ਗੁੱਸਾ ਆਇਆ ਹੈ ਕਿ ਸ਼ਾਂਤੀ ਨਹੀਂ ਹੋ ਰਿਹਾ, ਕ੍ਰੋਧ। ਤਬ ਜੇ ਦਾਨਵ ਗਏ ਪਲਾਈ, ਉਹ ਜਦੋਂ ਭਗਵਾਨ ਪ੍ਰਗਟ ਹੋਏ ਤੇ ਜਿਹੜੇ ਦੈਂਤ ਭੱਜ ਗਏ ਸਨ ਆਵਾਜ਼ ਸੁਣ ਕੇ, ਸੋ ਹਟ ਆਏ ਕਰ ਨਜ਼ਰਾਈ, ਉਹ ਫਿਰ ਮੋੜ ਆਏ ਲੜਾਈ ਕਰਨ ਲਈ। ਗਹ ਸੰਗ ਨਖਾ ਯੁਧ ਮਾਰੇ, ਭਗਵਾਨ ਨੇ ਫੜ ਕੇ ਦੈਂਤ 9 ਰੂਪੀ ਸ਼ਸਤਰ ਨਾਲ ਮਾਰੇ।
ਚੀਰ ਫਾੜ ਦਿੱਤੇ ਸਾਰੇ ਦੈਂਤ। ਸਗਰੇ ਸ਼ਨ ਇੱਕ ਵਿਖੇ ਸੰਘਾਰੇ, ਸਾਰੇ ਦੈਂਤ ਇੱਕ ਛਿਨ ਵਿੱਚ ਹੀ ਮਾਰ ਦਿੱਤੇ। ਕਿਹੜਾ ਬਲੀ ਨਾਲ ਲੜੇ ਭਾਈ? ਤਪ ਨਾ ਕਰੋਦ ਸ਼ਾਂਤ ਕੋ ਪਾਵਾ। ਭਾਈ ਬਾਲਾ ਜੀ ਇਹਨੇ ਦੈਂਤਾਂ ਨੂੰ ਹਰਨਾਕਸ਼ ਸਮੇਤ ਮਾਰ ਲਿਆ, ਫਿਰ ਵੀ ਭਗਵਾਨ ਦਾ ਕ੍ਰੋਧ ਸ਼ਾਂਤੀ ਨਹੀਂ ਸੀ ਹੋ ਰਿਹਾ। ਤਬ ਹੀ ਕੰਦ ਕੇਸ ਚਹਿਰਾਵਾ। ਉਸ ਵੇਲੇ ਜਿਹੜਾ ਕੰਧ ਮੋਢੇ ਦੇ ਕੇਸ ਉਹ ਝਾੜੇ ਐਵੇਂ ਸਿਰ ਜਾ ਮੋਢਾ ਜਾ ਝਾੜਿਆ, ਕੇਸ ਹਲਾਏ ਐ। ਭਿੰਨ ਭਿੰਨ ਭੇ ਮੇਘ ਆਕਾਸ਼ਾ। ਜਦੋਂ ਮੋਢੇ ਦੇ ਕੇਸ ਹਲਾਏ ਐ, ਸਰੂਪ ਹੁਣ ਜਿਹੜਾ ਸਵਰਗ ਤੱਕ ਬਣਾਇਆ ਹੋਇਆ ਸੀ, ਜਿਹੜੇ ਭਾਈ ਬਾਲਾ ਬੱਦਲ ਤੇ ਆਕਾਸ਼ ਉਹ ਵੱਖੋ ਵੱਖਰੇ ਹੋ ਗਏ ਸਾਰੇ। ਸ਼ੁਭਤ ਪਿਆ ਨਿਦ ਪਹੁੰਚੇ ਸਵਾਸਾ। ਪੈ ਨਿਦ ਬੜਾ ਸ਼ੋਭ ਜਿਹਾ ਹੋਇਆ, ਉਹ ਸ਼ੋਭ ਜੇ ਉਛਾਲ ਜੇ ਉੱਠਣੇ ਕਰਕੇ ਜਿਹੜਾ ਸਾਰਾ ਸਮੁੰਦਰ ਹੈ ਉਹ ਵੀ ਜਿਹੜੇ ਸਵਾਸ ਹੈ ਸਾਹ ਲੈ ਰਹੇ ਸਨ ਭਗਵਾਨ, ਉਹ ਸਮੁੰਦਰ ਤੱਕ ਦਾ ਜਾ ਪਹੁੰਚੇ। ਇਹ ਅਤ ਉਪਮਾ ਅਲੰਕਾਰ ਕਿਹਾ ਜਾਂਦਾ ਵੀ ਜਦੋਂ ਉਪਮਾ ਕਰਨੀ ਬੇਨਤੀ ਕਰ ਦੇਣੀ ਤੇ ਉਹ ਅਤੀ ਉਪਮਾ ਅਲੰਕਾਰ ਹੈ ਕਥਨ ਕਰਨ ਵਾਸਤੇ। ਪਰ ਇੱਥੇ ਤੇ ਭਗਵਾਨ ਦਾ ਪ੍ਰਤੱਖ ਹੀ ਆ ਰਿਹਾ ਵੀ ਸਵਰਗ ਤੱਕ ਜਿਹੜਾ ਸਰੀਰ ਵਧਾ ਲਿਆ ਸੀ ਐਸਾ ਭਿਆਨਕ ਰੂਪ। ਜਦੋਂ ਇਸ ਤਰ੍ਹਾਂ ਵਧਾਇਆ ਫਿਰ ਹੀ ਤੇ ਜਿਹੜੇ ਦੇਵਤੇ ਡਰੇ ਸਨ ਆਪੋ ਆਪਣੀਆਂ ਪੁਰੀਆਂ ਵਿੱਚ ਵੀ। ਤੇ ਜੇ ਕੋਈ ਕਹੇ ਵੀ ਨਿਰਾ ਝੂਠ ਹੈ, ਪਰ ਇੱਥੇ ਗੁਰਬਾਣੀ ਵਿੱਚ ਆਉਂਦਾ ਜਦੋਂ ਭਗਵਾਨ ਵਿਸ਼ਨੂੰ ਜੀ ਨੇ ਉਹ 2.5 ਕਰਮਾਂ ਵਿੱਚ ਹੀ ਸਾਰੇ ਆਕਾਸ਼ ਧਰਤੀ ਬ੍ਰਹਿਮੰਡੀ ਜਿਹੜੇ ਮਿਣ ਲਏ ਸਨ। ਕਰੋ 2.5 ਧਰਤੀ ਮੰਗੀ 52 ਰੂਪ ਬਹਾਨੇ। ਗੁਰੂ ਨਾਨਕ ਸਾਹਿਬ ਜੀ ਲਿਖਦੇ ਹੈ ਵੀ 2.5 ਕਰਮਾਂ ਵਿੱਚ ਹੀ ਆਕਾਸ਼ ਧਰਤੀ ਤੇ ਸਾਰੇ ਪਤਾਲ ਜਿਹੜੇ ਉਹ ਕਰ ਲਏ ਸਨ। ਤੇ ਵਿੱਚੇ ਹੀ ਉਹ ਫਿਰ ਬਲਰਾਜੇ ਨੂੰ ਹੀ ਧੱਸ ਦਿੱਤਾ ਸੀ ਪਤਾਲ 7ਵੇਂ 'ਚ। ਤੇ ਉਦੋਂ ਵੀ ਰੂਪ ਜਿਹੜਾ ਆਕਾਸ਼ ਨੂੰ ਜਾ ਕੇ ਆਪਣਾ ਆਕਾਸ਼ ਤੋਂ ਤਾਂ ਜਾ ਕੇ ਸਿਰ ਲਾ ਲਿਆ ਸੀ। ਤੇ ਉਦੋਂ ਵੀ ਭਗਵਾਨ ਵਿਸ਼ਨੂੰ ਹੀ ਸਨ ਜਿਹੜਾ ਇੰਨਾ ਤਗੜਾ ਸਰੀਰ ਬਣਾਇਆ। ਤੇ ਇੱਥੇ ਵੀ ਭਗਵਾਨ ਵਿਸ਼ਨੂੰ ਹੀ ਆਏ ਸਨ ਪਰਮੇਸ਼ਰ ਦੇ। ਤੇ ਜਿਸ ਕਰਕੇ ਉਹਨਾਂ ਐਸਾ ਸਰੂਪ ਬਣਾਇਆ ਤੇ ਸਵਾਸ ਜਿਹੜੇ ਸੁਭਾਵਕ ਹੀ ਹੈ ਵੀ ਸਮੁੰਦਰ ਤੱਕ ਪਹੁੰਚ ਗਏ ਹੈ। ਇਹ ਆਤ ਉਪਮਾ ਅਲੰਕਾਰ ਸਮਝ ਲਓ ਜਾਂ ਸੱਚ ਹੀ ਸਮਝਣਾ ਚਾਹੀਦਾ ਹੈ। ਉਹ ਬਲ ਧਾਰ ਪ੍ਰਭੂ ਗਰਜਾਨਾ। ਭਾਈ ਬਾਲਾ ਜੀ ਉਸ ਵੇਲੇ ਬਹੁਤ ਬਲ ਧਾਰ ਕੇ ਨਰਸਿੰਘ ਗਰਜਿਆ। ਸੁਨ ਬ੍ਰਹਮੰਡ ਸਗਰ ਅਕੁਲਾਨਾ। ਸੁਣ ਕੇ ਉਸ ਗੱਜਣ ਪੁਣੀ ਆਵਾਜ਼ ਨੂੰ ਸਾਰਾ ਬ੍ਰਹਮੰਡ ਹੀ ਘਬਰਾ ਗਿਆ, ਵਿਆਕਲ ਹੋ ਗਿਆ। ਵਿਚਲ ਗਏ ਜੇ ਦੇਵ ਬਿਮਾਨਾ। ਜਿਹੜੇ ਦੇਵਤਿਆਂ ਦੇ ਵਿਵਾਨ ਸਨ ਉਹ ਵੀ ਉਸ ਵੇਲੇ ਆਵਾਜ਼ ਸੁਣ ਕੇ ਖਿੰਡ ਪੁੰਡ ਗਏ, ਖਿਲਰ ਗਏ। ਉੱਡ ਗਨ ਗਿਰੇ ਮਹਾ ਭੈ ਮਾਨਾ। ਬਹੁਤ ਭੈ ਮੰਨ ਕੇ ਜਿਹੜੇ ਤਾਰੇ ਉਹ ਵੀ ਆਕਾਸ਼ ਤੋਂ ਠਾਂ ਆਣ ਕੇ ਡਿੱਗੇ। ਚਰਨਨ ਸੰਗ ਦੁਖਿਤ ਭੀ ਧਰਨੀ। ਭਾਈ ਬਾਲਾ ਜੀ ਭਗਵਾਨ ਦਾ ਤੇ ਇੰਨਾ ਤਗੜਾ ਸਰੂਪ ਜਿਹੜੀ ਧਰਤੀ ਹੈ ਉਹ ਵੀ ਚਰਨਾਂ ਦੇ ਭਾਰ ਨਾਲ ਦੁਖੀ ਹੋਈ ਉਸ ਵੇਲੇ। ਪ੍ਰਬਲ ਤੇਜ ਕੋ ਸਕਤਿ ਬਰਨੀ। ਇੰਨਾ ਤੇਜ ਬਲ ਭਗਵਾਨ ਦਾ ਉਹ ਕਿਹੜਾ ਹੈ ਜਿਹੜਾ ਵਰਣਨ ਕਰ ਸਕੇ। ਭਾਈ ਬਾਲਾ ਕਿਚੇ ਨਹੀਂ ਸ਼ਕਤੀ ਉਹ ਕਹਿ ਸਕੇ, ਵਰਣਨ ਕਰਕੇ ਦੱਸਦੇ ਵੀ ਐਸਾ ਤੇਜ ਸਰੂਪ ਬਲ ਵਾਲਾ ਸੀ। ਜਬ ਤਹ ਦਾਨਵ ਰਹਾ ਨਾ ਕੋਈ। ਜਦੋਂ ਉੱਥੇ ਕੋਈ ਦੈਂਤ ਨਾ ਰਹਿ ਗਿਆ। ਨਖ ਆਯੁਧ ਤੇ ਮ੍ਰਿਤ ਸਭ ਹੋਈ। ਕਿਉਂਕਿ 9 ਰੂਪੀ ਸ਼ਸਤਰ ਨਾਲ ਸਾਰਿਆਂ ਦੀ ਮ੍ਰਿਤਿਉ ਮੌਤ ਹੋ ਗਈ ਸੀ। ਸਭ ਸਿੰਘਾਸਨ ਬੈਠੇ ਜਾਈ। ਫਿਰ ਭਗਵਾਨ ਨਰਸਿੰਘ ਮੇਰੇ ਪਿਤਾ ਵਾਲੇ ਸਿੰਘਾਸਣ ਉੱਪਰ ਜਾ ਬੈਠੇ। ਸੁਰਨ ਸਮਨ ਬਰਖਾ ਬਰਖਾਈ। ਜਿੰਨੇ 33 ਕਰੋੜ ਦੇਵਤੇ ਆ ਉਹ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਉਸ ਵੇਲੇ। ਸਭ ਹੀ ਮਿਲੇ ਬਿਰਾਂਚ ਮਹੇਸਾ। ਮਹੇਸ਼ ਸ਼ਿਵ ਜੀ ਬ੍ਰਹਮਾ ਸਾਰੇ ਆ ਇਕੱਠੇ ਹੋ ਮਿਲੇ। ਸਿੱਧ ਪਿਤਰ ਰਿਖ ਜਾਕਨ ਸੁਰੇਸਾ। ਸਿੱਧ ਵੀ ਪਿੱਤਰ ਵੀ ਰਿਖੀ ਵੀ ਜਖ ਕੁਬੇਰ ਦੇ ਸੇਵਕ ਸਰੇਸ਼ ਇੰਦਰ ਦੇਵਤਾ ਵੀ। ਧਨਦ ਆਦ ਵਿਦਿਆ ਧਰ ਜੇਤੇ। ਧਨਦ
ਜਿਹੜੇ ਹੈ ਕੁਬੇਰ ਤੋਂ ਲੈ ਕੇ ਆਦਿਕ ਜਿੰਨੇ ਵੀ ਦੇਵਤੇ ਹਨ, ਵਿਦਿਆ ਧਰ ਜੇਤੇ ਜਿੰਨੇ ਸਨ, ਇਹ ਦੇਵਤਿਆਂ ਦੀਆਂ ਕਿਸਮਾਂ ਹੈ, ਨਸਲਾਂ ਜੂਨੀਆਂ ਵੱਖੋ ਵੱਖਰੀਆਂ। ਜਿਹੜੇ ਹੈ ਦੇਵਤੇ ਹੈ, ਆ ਕੋਈ ਜੱਖ ਹੈ, ਕੋਈ ਕਿੰਨਰ ਹੈ, ਜਿਹੜੇ ਕੋਈ ਨਿਰਤਕਾਰੀ ਕਰਦੇ, ਨਾਚ ਕਰਦੇ, ਸਾਜ਼ ਵਜਾਉਂਦੇ ਹੈ। ਇਸੇ ਤਰ੍ਹਾਂ ਦੇਵਤਿਆਂ ਦੇ ਰਾਗੀ ਗੰਧਰਵ ਹੈ, ਜੱਖ ਹਨ, ਜਿਨ੍ਹਾਂ ਦੇ ਵੱਖੋ ਵੱਖਰੇ ਰੂਪ ਬਣੇ ਹੋਏ ਆ। ਕਈਆਂ ਦੇ ਇਹੋ ਜਿਹੇ ਰੂਪ ਦੇਵਤਿਆਂ ਦੇ ਵੀ ਥੱਲਿਓਂ ਮਨੁੱਖ ਦਾ ਸਰੀਰ, ਉੱਪਰ ਘੋੜੇ ਦਾ ਮੁੱਖ ਲੱਗਾ ਹੋਇਆ ਹੈ। ਕਈਆਂ ਦਾ ਥੱਲੜਾ ਸਰੀਰ ਘੋੜੇ ਦਾ, ਉੱਪਰ ਮਨੁੱਖ ਦਾ ਸਰੀਰ ਲੱਗਾ ਹੋਇਆ ਹੈ। ਕਈ ਕੋਲ ਜੱਖ ਹੈ, ਕਿੰਨਰ ਪ੍ਰਸਾਦ, ਜਿਵੇਂ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਵਿੱਚ ਲਿਖਿਆ ਹੋਇਆ ਹੈ। ਅਤੇ ਕੋਈ ਪਿੱਤਰ ਦੇਵਤੇ ਹੈ, ਕੋਈ ਕਿੰਨਰ ਦੇਵਤੇ ਹੈ, ਨਿਰਤਕਾਰੀ ਕਰਨ ਵਾਲੇ, ਸਾਜ਼ ਵਜਾਉਣ ਵਾਲੇ, ਚਿੱਤਰਕਾਰੀ ਕਰਨ ਵਾਲੇ। ਕੋਈ ਗੰਧਰਵ ਹੈ, ਕੋਈ ਖੇਚਰ ਹੈ, ਕੋਈ ਇਵੇਂ ਕੁਝ ਉਹ ਦੇਵਤੇ ਹੈ ਜਿਹੜੇ ਆ ਪੁੰਨ ਕਰਕੇ ਅਤੇ ਉਹ ਸਵਰਗਪੁਰੀ ਜਾਂਦੇ ਆ। ਅਤੇ ਉਹ ਵਾਧੇ ਘਟਦੇ ਰਹਿੰਦੇ। ਜਦੋਂ ਬਹੁਤੇ ਪੁੰਨਾਂ ਵਾਲੇ ਹੋ ਜਾਂਦੇ, ਉਦੋਂ ਬਹੁਤੇ ਦੇਵਤੇ ਪੁੰਨਾਂ ਵਾਲੇ ਵੱਧ ਜਾਂਦੇ। ਜਦੋਂ ਘਟ ਜਾਂਦੇ ਪੁੰਨ ਕਰਨੇ ਲੋਕ, ਫਿਰ ਉੱਥੇ ਜਾਂਦੇ ਨਹੀਂ ਦੇਵਪੁਰੀ, ਤੋਂ ਉੱਥੇ ਦੇਵਤੇ ਘਟ ਜਾਂਦੇ ਪੁੰਨਾਂ ਵਾਲੇ। ਇੱਕ ਦੇਵਤੇ ਉਹ ਜਿਹੜੇ ਮਨ ਦੇ ਸੰਕਲਪ ਨਾਲ, ਫੁਰਨੇ ਨਾਲ ਹੀ 33 ਕਰੋੜ ਦੇਵਤੇ ਪੈਦਾ ਹੋਏ ਆ, ਉਹ ਵੱਖਰੇ ਆ ਇਹਨਾਂ ਤੋਂ। ਇਹ ਵੱਖੋ ਵੱਖਰੀਆਂ ਦੇਵਤਿਆਂ ਦੀਆਂ ਕਿਸਮਾਂ ਹਨ। ਧਨਦ ਆਦਿ ਕੁਬੇਰ ਤੋਂ ਲੈ ਕੇ ਆਦਿਕ ਜਿੰਨੇ ਜੱਖ ਕਿੰਨਰ, ਇਹ ਗੰਧਰਵ ਵਿਦਿਆ ਧਰ ਦੇਵਤੇ ਸਨ। ਆਏ ਸਭ ਹੈ ਬਿਲੋਕਨ ਹੇਤੇ, ਉਹ ਭਗਵਾਨ ਦਾ ਇਹ ਰੂਪ ਦੇਖਣ ਵਾਸਤੇ ਸਾਰੇ ਹੀ ਆਏ। ਦੇਖ ਸਰੂਪ ਨਾ ਡਰ ਔਰ ਥੋਰਾ, ਨਰ ਸਿੰਘ ਸਰੂਪ ਦੇਖ ਕੇ ਦੇਵਤਿਆਂ ਦੇ ਹਿਰਦੇ ਵਿੱਚ ਬਹੁਤ ਡਰ ਹੋਇਆ, ਥੋੜਾ ਨਹੀਂ ਹੋਇਆ। ਦਿਖਿਓ ਨਾ ਜਾਤ ਭਿਆਨਕ ਘੋਰਾ, ਉਹ ਸਰੂਪ ਤੇ ਭਾਈ ਬਾਲਾ ਜੀ ਐਸਾ ਭਿਆਨਕ ਸੀ ਵੀ ਜਿਸ ਭਿਆਨਕ ਸਰੂਪ ਨੂੰ ਵੇਖਿਆ ਹੀ ਨਹੀਂ ਸੀ ਜਾਂਦਾ। ਆਏ ਨਾ ਸਕਹਿ ਸਮੀਪ ਬਹੋਰੀ, ਦੇਵਤੇ ਜਿੰਨੇ ਵੀ ਭਗਵਾਨ ਨਰਸਿੰਘ ਦੇ ਨੇੜੇ ਹੀ ਨਹੀਂ ਆ ਸਕੇ। ਖਰੇ ਦੂਰ ਦੋਨੋਂ ਕਰ ਜੋਰੀ, ਦੋਵੇਂ ਹੱਥ ਜੋੜ ਜੋੜ ਕੇ ਭਗਵਾਨ ਤੋਂ ਬਹੁਤ ਦੂਰ ਹੀ ਖੜੇ ਸਨ ਦੇਵਲੋਕ ਵਿੱਚ। ਭਿਦ ਸ਼ਿਵ ਬਾਦ ਅਮਰ ਜੇ ਬ੍ਰਿੰਦਾ, ਬ੍ਰਹਮਾ ਸ਼ਿਵ ਜੀ ਕੁਬੇਰ ਇੰਦਰ ਇਤਿਆਦਿਕ ਜਿਹੜੇ ਸਮੂਹ 33 ਕਰੋੜ ਦੇਵਤੇ ਸਨ, ਜੱਖ ਕਿੰਨਰ ਸਾਰੇ। ਸੁਤ ਹੈ ਬਖਾਨਤ ਆਨੰਦ ਕੰਦਾ, ਆਨੰਦ ਦਾ ਜੋ ਬੱਦਲ ਹੈ ਭਗਵਾਨ ਨਰਸਿੰਘ, ਉਹਦੀ ਉਸਤਤ ਕਹਿਣ ਲੱਗੇ ਆ ਕੇ ਜੈ 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 ਤਵ ਸ੍ਰੀ ਜਗ ਸਾਈ। ਜਿੰਨੇ ਆ ਜੱਖ ਕਿੰਨਰ ਗੰਧਰਵ ਤੇ ਹੋਰ ਕੁਬੇਰ ਆਦਿਕ ਬ੍ਰਹਮਾ ਸ਼ਿਵ ਜੀ, ਇਹ ਸਾਰੇ ਦੇਵਤੇ ਆ ਕੇ ਕਹਿਣ ਲੱਗੇ, ਹੇ ਭਗਵਾਨ ਸੋਭਾ ਵਾਲੇ ਜਗਤ ਦੇ ਮਾਲਕ ਜੀ, ਤੁਹਾਡੀ ਜੈ ਹੋਵੇ, ਤੁਹਾਡੀ ਜਿੱਤ ਹੋਵੇ, ਤੁਹਾਡੀ ਵਿਜੇ ਹੋਵੇ। ਨਮੋ ਨਮੋ ਤ੍ਰੈਲੋਕ ਨਰਾਈ, ਤਿੰਨਾਂ ਲੋਕਾਂ ਦੇ ਰਾਜਾ ਰੂਪ ਭਗਵਾਨ, ਤੁਹਾਨੂੰ ਨਮਸਕਾਰ ਹੈ, ਤੁਹਾਨੂੰ ਨਮਸਕਾਰ ਹੈ ਸਾਡੀ। ਨਮੋ ਨਮੋ ਭਗਤਨ ਦੁਖ ਖੰਡਨਾ, ਇਹ ਭਗਤਾਂ ਦੇ ਦੁੱਖਾਂ ਨੂੰ ਟੋਟੇ ਟੋਟੇ ਕਰਨ ਵਾਲੇ ਭਗਵਾਨ, ਤੈਨੂੰ ਨਮਸਕਾਰ ਹੈ, ਤੈਨੂੰ ਨਮਸਕਾਰ ਹੈ ਸਾਡੀ ਦੇਵਤਿਆਂ ਦੀ। ਜੈ 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 ਧਰਨੀ ਕੇ ਮੰਡਨਾ, ਇਹ ਧਰਤੀ ਨੂੰ ਭੂਸ਼ਣ ਕਰਨ ਵਾਲੇ ਜੀਵਾਂ ਨਾਲ, ਬਨਸਪਤੀ ਨਾਲ, ਪਹਾੜਾਂ ਨਦੀਆਂ ਪਾਣੀ ਜਲਾਂ ਦੇ ਨਾਲ, ਸਮੁੰਦਰਾਂ ਨਾਲ, ਕਿਉਂਕਿ ਧਰਤੀ ਇਹ ਭੂਸ਼ਿਤ ਹੁੰਦੀ ਹੈ ਨਾ ਜਦੋਂ ਬਨਸਪਤੀ ਖਿੜਦੀ ਆ, ਹਰੇ ਹਰੇ ਰੁੱਖ, ਬਾਗ ਬਗੀਚਿਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਫੁੱਲ, ਜੰਗਲ, ਸਮੁੰਦਰ, ਉੱਚੇ ਉੱਚੇ ਪਹਾੜ ਉੱਪਰ ਬਰਫ਼ ਪਈ ਹੁੰਦੀ ਹੈ, ਜਿਹਦੇ ਕਰਕੇ ਉਹ ਧਰਤੀ ਨੂੰ ਰੰਗ ਲੱਗਾ ਹੁੰਦਾ, ਭੂਸ਼ਿਤ ਹੁੰਦੀ ਹੈ। ਇਹ ਧਰਤੀ ਨੂੰ ਭੂਸ਼ਿਤ ਕਰਨ ਵਾਲੇ, ਸਜਾਉਣ ਵਾਲੇ ਭਗਵਾਨ, ਤੁਹਾਡੀ ਜੈ ਹੋਵੇ,
ਤੁਹਾਡੀ ਜਿੱਤ ਹੋਵੇ, ਤੁਹਾਡੀ ਵਿਜੇ ਹੋਵੇ, ਤੁਹਾਡੀ ਫਤਿਹ ਹੋਵੇ। ਇਹ ਦਾਨਵ ਸਭ ਸੁਰ ਦੁਖਕਾਰੀ। ਇਹ ਜੋ ਦੈਂਤ ਸੀ ਹਰਨਾਕਸ਼, ਸਾਰੇ ਸਾਨੂੰ ਦੇਵਤਿਆਂ ਨੂੰ ਦੁੱਖ ਕਰਨ ਵਾਲਾ, ਦੁੱਖ ਦੇਣ ਵਾਲਾ ਸੀ। ਜੀਤ ਸਦਨ ਤੇ ਦੀਨ ਨਿਕਾਰੀ। ਜਿਸ ਹਰਨਾਕਸ਼ ਦੈਂਤ ਨੇ ਸਾਨੂੰ ਜਿੱਤ ਕਰਕੇ ਸਾਡੇ ਘਰਾਂ ਦੇਵਲੋਕ ਵਿੱਚੋਂ ਕੱਢ ਦਿੱਤਾ ਸੀ। ਮਹਾਬਲੀ ਸੋ ਤੁਮ ਨ ਮਾਰਾ। हे ਭਗਵਾਨ ਨਰਸਿੰਘ ਰੂਪ ਵਿੱਚ ਆਏ ਹੋਏ ਤੁਸਾਂ ਨੇ ਮਹਾਬਲੀ ਦੈਂਤ ਨੂੰ ਅੱਜ ਮਾਰ ਦਿੱਤਾ ਹੈ। ਬਿਨ ਪਰਿਆਸ ਛਿਨ ਬਿਖਾ ਸੰਘਾਰਾ। ਬਿਨਾਂ ਕਿਸੇ ਯਤਨੀ ਛਿਨ ਵਿੱਚ ਹੀ ਮਾਰ ਦਿੱਤਾ ਇਨਾ ਬਲੀ। ਕ੍ਰੋਧ ਪ੍ਰਜੁਲਤ ਅਪਾਰ ਤੁਮਾਰਾ। हे ਭਗਵਾਨ ਤੁਹਾਡਾ ਜਿਹੜਾ ਕ੍ਰੋਧ ਹੈ ਉਹ ਅੱਗ ਦੀ ਲਾਟ ਵਾਂਗੂ ਪ੍ਰਜੁਲਤ ਹੋ ਰਿਹਾ, ਬੇਅੰਤ ਕ੍ਰੋਧ ਹੈ ਤੁਹਾਡੇ ਉੱਪਰ। ਤੀਨ ਲੋਕ ਕੋ ਅਤ ਭੈ ਕਰ। ਤੁਹਾਡਾ ਇਹ ਜਿਹੜਾ ਕ੍ਰੋਧ ਹੈ ਤਿੰਨਾਂ ਲੋਕਾਂ ਨੂੰ ਬਹੁਤ ਭੈ ਕਰਨ ਵਾਲਾ ਹੋ ਰਿਹਾ ਸਰੂਪ। ਦਇਆ ਸਿੰਧ ਉਪਸ਼ਮ ਅਬ ਕੀਜੈ। ਹੇ ਦਇਆ ਦੇ ਸਮੁੰਦਰ ਨਰਸਿੰਘ ਭਗਵਾਨ ਜੀ, ਹੁਣ ਸ਼ਾਂਤੀ ਵਰਤਾਈਏ, ਠੰਡ ਵਰਤਾਉਣਾ ਕਰੀਏ। ਸਰਬ ਜਗਤ ਕੋ ਅਪੈ ਸੋ ਦੀਜੈ। ਤੁਹਾਡੇ ਐਸੇ ਸਰੂਪ ਨੂੰ ਦੇਖ ਕੇ ਸਾਰੇ ਜਗਤ ਦੇ ਬ੍ਰਹਿਮੰਡ ਦੇ ਜੀਵ ਆ ਡਰ ਰਹੇ ਹੈ, ਬੜਾ ਦੁਖੀ ਹੋ ਰਹੇ ਹੈ, ਕੰਬ ਰਹੇ ਹੈ। हे ਭਗਵਾਨ ਇਹਨਾਂ ਨੂੰ ਸ਼ਾਂਤੀ ਬਖਸ਼ਿਏ, ਨਿਰਭੈਤਾ ਬਖਸ਼ ਦਿਓ ਜੀ। ਇਦ ਨਿਜ ਨਿਕਟ ਰਮਾ ਕੋ ਦੇਖਾ। ਜਦੋਂ ਇਸ ਤਰ੍ਹਾਂ ਕਹਿ ਰਹੇ ਸਨ, ਕਹਿੰਦੇ ਉਸ ਵੇਲੇ ਬ੍ਰਹਮਾ ਨੇ ਆਪਣੇ ਕੋਲ ਹੀ ਖੜੇ ਜਿਹੜੀ ਲక్ష్ਮੀ ਮਾਤਾ ਉਸ ਨੂੰ ਦੇਖਿਆ ਹੈ। ਇਹ ਕੋ ਕਹਿਓ ਜੇ ਰੋਸ ਬਸੇਖਾ। ਉਸ ਨੂੰ ਕਿਹਾ ਵੀ हे ਲక్ష్ਮੀ ਮਾਤਾ, ਜਿਹੜਾ ਤੇਰਾ ਮਾਲਕ ਹੈ ਨਾ ਭਗਵਾਨ, ਉਹਨੂੰ ਤੇ ਬਹੁਤ ਗੁੱਸਾ ਚੜਿਆ ਹੋਇਆ ਹੈ। ਅਬ ਤੂੰ ਜਾਏ ਸਾਤ ਕਰਵਾਹੋ। ਤੂੰ ਉਹਨਾਂ ਦੀ ਘਰਵਾਲੀ ਪਤਨੀ ਹੈ, ਹੁਣ ਤੂੰ ਹੀ ਉਹਨਾਂ ਦੇ ਨੇੜੇ ਜਾ ਤੇ ਉਹਨਾਂ ਨੂੰ ਸ਼ਾਂਤ ਕਰਵਾ, ਠੰਡਾ ਕਰ। ਵਿਆਕੁਲਤਾ ਜਗ ਕੀ ਸੋ ਮਿਟਾਵੋ। ਸਾਰੇ ਸੰਸਾਰ ਦੇ ਜੀਵ ਇਸ ਭਿਆਨਕ ਸਰੂਪ ਦੇਖ ਕੇ ਡਰ ਰਹੇ ਹੈ, ਵਿਆਕਲ ਹੋਏ, ਘਬਰਾਏ ਹੋਏ ਹੈ। ਸਾਰੇ ਜੀਵਾਂ ਦੀ ਵਿਆਕਲਤਾ, ਘਬਰਾਹਟ ਪੁਣਾ ਤੂੰ ਮਿਟਾ ਦੇ, ਹਟਵਾ ਦੇ। ਨਿਕਟ ਜਾਏ ਬਹਰੋ ਫਿਰ ਆਈ। ਉਸ ਵੇਲੇ ਭਾਈ ਬਾਲਾ ਜੀ ਲక్ష్ਮੀ ਜੋ ਹੈ ਉਹ ਕੋਲ ਗਈ ਹੈ, ਕੋਲ ਜਾ ਕੇ ਫਿਰ ਮੁੜ ਆਈ ਵਾਪਸ। ਰਮਾ ਦ੍ਰਹਣ ਸੰਗ ਗਿਰਾ ਅਲਾਈ। ਲక్ష్ਮੀ ਮਾਤਾ ਜੀ ਬ੍ਰਹਮਾ ਦੇ ਨਾਲ ਐਵੇਂ ਬਚਨ ਕਿਹਾ, ਪੂਰਬ ਮੈਂ ਅਸ ਸੁਣਾ ਨਾ ਦੇਖਾ। हे ਬ੍ਰਹਮਾ ਜੀ, ਭਗਵਾਨ ਦਾ ਪਹਿਲਾਂ ਦੇ ਅੱਜ ਤੋਂ ਮੈਂ ਐਸਾ ਗੁੱਸੇ ਕ੍ਰੋਧ ਵਾਲਾ ਸਰੂਪ ਨਾ ਕਦੀ ਸੁਣਿਆ, ਕਿਸੇ ਤੋਂ ਨਾ ਮੈਂ ਦੇਖਿਆ ਹੀ ਹੈ। ਅਬ ਸਰੋਸ ਕੀਨੋ ਜਸ ਵੇਖਾ। ਜਿਸ ਤਰ੍ਹਾਂ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਉਹਨਾਂ ਨੇ ਹੁਣ ਬੜੇ ਗੁੱਸੇ ਦੇ ਸਹਿ ਦੇ ਸਰੂਪ ਕੀਤਾ ਹੈ ਭਿਆਨਕ। ਤੇਜ ਨਾ ਸਹਿਓ ਜਾਤ ਮੁਝ ਪਾਸਾ। ਉਹਨਾਂ ਦਾ ਤੇ ਐਸਾ ਉਹ ਸਰੂਪ ਦਾ ਤੇਜ ਪ੍ਰਤਾਪ ਹੈ, ਹੁਣ ਤੇ ਮੇਰੇ ਪਾਸੋਂ ਵੀ ਸਹਿਆ ਨਹੀਂ ਜਾ ਰਿਹਾ। ਅਵਲੋਕਨ ਤੇ ਉਪਜਤ ਤਰਾਸਾ। ਆਲ ਵੇਖਣ ਕਰਕੇ ਤੇ ਉਹ ਸਰੂਪ ਨੂੰ ਅਜੇ ਤੇ ਬ੍ਰਹਮਾ ਮੈਨੂੰ ਵੀ ਬੜਾ ਡਰ ਪੈਦਾ ਹੋਇਆ ਹੈ। ਸ੍ਰੀ ਗੁਰ ਅੰਗਦ ਜੀ ਸੁਣ ਕਾਨਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਆਪਣੇ ਪਵਿੱਤਰ ਜਿਹੜੇ ਸਰਵਣ ਹੈ ਨਾ ਕੰਨ, ਉਹਨਾਂ ਵਿੱਚ ਧਿਆਨ ਦੇ ਕੇ ਅੱਗੋਂ ਸੁਣੋ। ਜੋ ਇਤਿਹਾਸ ਪ੍ਰਹਿਲਾਦ ਬਖਾਨਾ। ਜੋ ਇਤਿਹਾਸ ਪ੍ਰਸੰਗ ਭਗਤ ਪ੍ਰਹਿਲਾਦ ਜੀ ਨੇ ਮੈਨੂੰ ਦੱਸਿਆ ਆਪਣੀ ਪੁਰੀ ਵਿੱਚ ਬੈਠਿਆਂ। ਸੁਰ ਮਿਲ ਕਰ ਤਬ ਮੁਝ ਢਿਗ ਆਏ। ਉਸ ਵੇਲੇ ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਵੀ ਭਾਈ ਬਾਲਾ ਜੀ, ਜਦੋਂ ਲక్ష్ਮੀ ਵੀ ਆਪਣੇ ਪਤੀ ਮਾਲਕ ਤੋਂ ਨੇੜੇ ਮੁੜ ਕੇ ਆ ਗਈ ਡਰਦੀ, ਤੇ ਸਾਰੇ ਦੇਵਤੇ ਮਿਲ ਕਰਕੇ ਮੇਰੇ ਕੋਲ ਆਏ। ਅਦਿਕ ਨੇਹ ਕੇ ਭਜਨ ਸੁਨਾਏ। ਬੜੇ ਇਸ ਮੋਹ ਪਿਆਰ ਦੇ ਜਿਹੜੇ ਬਚਨ ਸੁਣਾਏ ਮੈਨੂੰ। ਸ੍ਰੀ ਨਰ ਸਿੰਘ ਨਿਕਟ ਤੁਮ ਜਾਵੋ। ਕਹਿੰਦੇ ਵੀ हे ਪ੍ਰਹਿਲਾਦ ਭਗਤ, ਤੂੰ ਨਰਸਿੰਘ ਭਗਵਾਨ ਦੇ ਕੋਲ ਹੁਣ ਤੂੰ ਹੀ ਜਾ। ਕ੍ਰੋਧ ਵਿਸਾਲ ਸਾਤ ਕਰਵਾਵੋ। ਭਗਵਾਨ ਨੂੰ ਗੁੱਸਾ ਬਹੁਤ ਚੜਿਆ ਹੋਇਆ, ਬੜਾ ਕ੍ਰੋਧ ਹੈ ਅੱਜ ਉਹਨਾਂ ਵਿੱਚ।
ਇਹ ਭਗਤ ਪ੍ਰਹਲਾਦ ਤੂੰ ਹੀ ਸ਼ਾਂਤ ਕਰਵਾ ਸਕਦਾ, ਤੂੰ ਹੀ ਸ਼ਾਂਤ ਕਰਵਾ ਉਹਨਾਂ ਨੂੰ। ਤਿਨ ਕੇ ਸੁਨ ਕਰ ਮੈਂ ਅਸ ਬੈਨਾ। ਭਾਈ ਬਾਲਾ ਜੀ ਉਹਨਾਂ ਸਾਰੇ ਦੇਵਤਾਂ ਦੇ ਹੱਥ ਜੁੜੇ ਵੇਖ ਕੇ, ਉਹਨਾਂ ਦੇ ਬਚਨ ਸੁਣ ਕੇ ਉਸ ਵੇਲੇ ਗਮਨਿਓ ਨਿਕਟ ਹਿਰਦੇ ਕਛ ਪੈਨਾ। ਮੇਰੇ ਹਿਰਦੇ ਵਿੱਚ ਤੇ ਕੁਝ ਡਰ ਪੈ ਹੈ ਹੀ ਨਹੀਂ ਸੀ, ਕਿਉਂਕਿ ਭਗਵਾਨ ਨੂੰ ਤੇ ਸਦਾ ਧਿਆਇਆ ਹੈ ਤੇ ਮੈਂ ਕੋਲ ਚਲਿਆ ਗਿਆ। ਚਰਨ ਕਮਲ ਪਕਰੇ ਤਬ ਜਾਏ। ਮੈਂ ਤੇ ਭਗਵਾਨ ਦੇ ਜਿਹੜੇ ਪਵਿੱਤਰ ਚਰਨ ਕਮਲ ਉਹੀ ਜਾ ਫੜੇ ਸਿੱਧੇ। ਬੰਧਨ ਕੀਨ ਦੰਡ ਕੀ ਨਿਆਏ। ਜਿਵੇਂ ਡੰਡਾ ਹੁੰਦਾ ਸਿੱਧਾ ਪਿਆ ਹੋਇਆ, ਡੰਡੇ ਵਾਂਗ ਸਿੱਧਾ ਹੋ ਕੇ ਨਮਸਕਾਰ ਕੀਤੀ ਭਗਵਾਨ ਦੇ ਚਰਨਾਂ ਤੇ। ਸ੍ਰੀ ਨਰ ਸਿੰਘ ਜਬ ਹੈ ਦ੍ਰਿਗ ਦੇਖਾ। ਉਧਰ ਭਗਵਾਨ ਨਰਸਿੰਘ ਰੂਪ ਵਿੱਚ ਜਦੋਂ ਮੈਨੂੰ ਆਪਣੇ ਨੇਤਰਾਂ ਨਾਲ ਦੇਖਿਆ ਵੀ ਭਗਤ ਤੇ ਸਾਡਾ ਚਰਨਾਂ 'ਚ ਪਿਆ ਹੈ। ਹਰਿਓ ਚਰਨ ਪਰ ਭੈ ਵਿਸੇਖਾ। ਵੀ ਵੇਖੋ ਕਿਵੇਂ ਨਿਡਰ ਭੈ ਹੋ ਕੇ ਸਾਡੇ ਚਰਨਾਂ ਦੇ ਪਿਆ ਸਾਡਾ ਭਗਤ ਪਿਆਰਾ। ਹੈ ਕਰ ਤਬ ਉਠਾਵ ਜਗਦੀਸਾ। ਜੋ ਜਗਤ ਦਾ ਮਾਲਕ ਹੈ ਭਗਵਾਨ ਪਰਮੇਸ਼ਰ, ਉਸਨੇ ਉਸੇ ਵੇਲੇ ਕਿ ਮੈਨੂੰ ਚਰਨਾਂ ਦੇ ਪਿਆ ਵੇਖ ਕੇ ਉਸੇ ਵੇਲੇ ਹੱਥਾਂ ਨਾਲ ਚੁੱਕਣਾ ਕੀਤਾ। ਕਹਿੰਦੇ ਭਗਤਾ ਤੂੰ ਨਾ ਚਰਨੀ ਪੈ। ਕਰ ਅਰਬਿੰਦ ਧਾਰ ਕਰ ਸੀਸਾ। ਤੇ ਹੇ ਭਾਈ ਬਾਲਾ ਉਸ ਵੇਲੇ ਆਪਣੇ ਜਿਹੜੇ ਹਸਤ ਕਮਲ ਹੈ ਬੜੇ ਨਰਮ, ਉਹਨਾਂ ਨਾਲ ਮੇਰੇ ਸੀਸ ਉੱਪਰ ਉਹ ਹੱਥਾਂ ਨੂੰ ਧਰਨਾ ਕੀਤਾ। ਸੰਗ ਸਨੇਹ ਪਲੋ ਸਤ ਮਾਥਾ। ਮੇਰਾ ਜਿਹੜਾ ਮੱਥਾ ਹੈ ਭਗਵਾਨ ਨੇ ਚੁੰਮਣਾ ਕੀਤਾ, ਬੜਾ ਪ੍ਰੇਮ ਕੀਤਾ ਮੈਨੂੰ। ਉਠ ਉਸਤਤ ਮੈਂ ਕੀ ਜਗਨਾਥਾ। ਉਸ ਵੇਲੇ ਉੱਠ ਕਰਕੇ ਮੈਂ ਜਗਤ ਦੇ ਮਾਲਕ ਭਗਵਾਨ ਦੀ ਉਸਤਤ ਕਰ ਲੱਗਾ। ਹੇ ਭਗਵਾਨ ਉਮਗਿਓ ਪ੍ਰੇਮ ਹਿਰਦੇ ਕਉ ਭਾਰੀ। ਕਿਉਂਕਿ ਭਾਈ ਬਾਲਾ ਮੇਰੇ ਹਿਰਦੇ ਵਿੱਚ ਜਿਹੜਾ ਪ੍ਰੇਮ ਦਾ ਬੜਾ ਉਛਾਲ ਉੱਠਿਆ ਉਸ ਵੇਲੇ ਭਾਰੀ। ਲੋਚਨ ਤੇ ਸ਼ਰਵਹੀ ਜਲ ਧਾਰੀ। ਉਸ ਵੇਲੇ ਤੇ ਮੇਰੇ ਕੋ ਰਿਹਾ ਹੀ ਨਾ ਗਿਆ, ਵਿਰਾਗ ਕਰਕੇ ਨੇਤਰਾਂ ਤੋਂ ਜਲ ਦੀਆਂ ਧਾਰਾਂ ਹੀ ਛੁੱਟ ਗਈਆਂ ਭਗਵਾਨ ਨੂੰ ਦੇਖ ਕੇ। ਭਗਤ ਵਚਲ ਪਾਰ ਬ੍ਰਹਮ ਸੁਆਮੀ। ਮੈਂ ਇਸ ਤਰ੍ਹਾਂ ਉਸਤਤ ਕੀਤੀ, ਹੈ ਭਗਤਾਂ ਦੇ ਪਿਆਰੇ ਭਗਵਾਨ ਪਰੇ ਤੋਂ ਪਰੇ ਵਿਆਪਕ ਸੁਆਮੀ ਪਰਮੇਸ਼ਰ। ਦੀਨ ਬੰਦ ਪ੍ਰਭ ਅੰਤਰ ਜਾਮੀ। ਹੇ ਦੀਨਾਂ ਦੇ ਰਿਸ਼ਤੇਦਾਰ, ਗਰੀਬਾਂ ਦੇ ਮਾਲਕ ਪ੍ਰਭੂ ਅੰਤਰ ਜਾਮੀ, ਦਿਲਾਂ ਦੀਆਂ ਜਾਣਨ ਵਾਲੇ। ਬ੍ਰਹਮਾ ਦਿਕ ਤੇ ਅਮਰ ਜੇ ਔਰਾ। ਹੇ ਭਗਵਾਨ ਬ੍ਰਹਮਾ, ਸ਼ਿਵ ਜੀ, ਕਬੀਰ, ਇੰਦਰ, 33 ਕਰੋੜ ਦੇਵਤਿਆਂ ਤੋਂ ਬਗੈਰ ਜਿੰਨੇ ਸਾਰੇ ਹੋਰ ਦੇਵਤੇ ਹਨ। ਸਗਾਨਾ ਭੇਦ ਲਖਤ ਤਬ ਥੋਰਾ। ਤੁਹਾਡਾ ਹੈ ਭਗਵਾਨ ਉਹ ਭੇਦ ਨਹੀਂ ਜਾਣ ਸਕਦੇ ਥੋੜਾ ਮਾਤਰ ਵੀ। ਤੁਸੀਂ ਤੇ ਬੇਅੰਤ ਬੇਅੰਤੀ ਹੋ, ਤੁਹਾਡੇ ਭੇਦ ਕਿਹੜਾ ਜਾਣ ਸਕੇ। ਤੁਹਾਡਾ ਭੇਦ ਨਹੀਂ ਕੋਈ ਜਾਣ ਸਕਦਾ। ਮਹਾਰਾਜ ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਜਿਵੇਂ ਗੁਰੂ ਮਹਾਰਾਜ ਕਹਿੰਦੇ ਆ ਦਸਮ ਪਿਤਾ ਜੀ ਵੀ ਬ੍ਰਹਮਾ ਵਿਸ਼ਨ ਇਹ ਵੀ ਅੰਤ ਅੰਤ ਕਹਿੰਦੇ ਪਰਮੇਸ਼ਰ ਨੂੰ, ਤੇ ਮੁਖੋਂ ਕਹਿੰਦੇ ਹੇ ਪਰਮਾਤਮਾ ਜਦੋਂ ਤੇਰੀ ਸਿਫਤ ਨਹੀਂ ਕਰ ਸਕਦੇ, ਬਾਅਦ ਵਿੱਚ ਕਹਿੰਦੇ ਤੂੰ ਬੇਅੰਤੀ ਹੈ, ਤੂੰ ਬੇਅੰਤੀ ਹੈ। ਇਵੇਂ ਜਿਵੇਂ ਪ੍ਰਹਲਾਦ ਭਗਤ ਜੀ ਨੇ ਫਿਰ ਭਗਵਾਨ ਜੀ ਨੂੰ ਸ਼ਾਂਤ ਕੀਤਾ, ਕਿਉਂਕਿ ਭਗਵਾਨ ਪਰਮਾਤਮਾ ਤੂੰ ਭਗਤਾਂ ਕੇ ਵਸ, ਭਗਤਾ ਤਾਂ ਤੇਰਾ। ਭਗਤਾਂ ਦਾ ਬੱਜਿਆ, ਭਗਤਾਂ ਦੇ ਵਸ ਹੈ ਪਰਮੇਸ਼ਰ, ਹੋਰ ਕਿਸੇ ਦੇ ਵਸ ਨਹੀਂ ਹੈ ਮਾਲਕ। ਕਿਸੇ ਦੀ ਨਹੀਂ ਸੁਣੀ ਹੈ। ਭਗਤ ਪ੍ਰਹਲਾਦ ਜੀ ਦੀ ਮੰਨ ਕੇ ਸ਼ਾਂਤ ਹੋਏ। ਉਹ ਜਿਵੇਂ ਰਹਿੰਦਾ ਪ੍ਰਸੰਗ ਆਏਗਾ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਸਮਾਂ ਤਕਰੀਬਨ ਆਪਣਾ ਉੱਪਰ ਹੀ ਜਾ ਰਿਹਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ। ਭਗਤ ਬਚਲ ਪਾਰ ਬ੍ਰਹਮ ਸੁਆਮੀ। ਦੀਨ ਬੰਦ ਪ੍ਰਭ ਅੰਤਰ ਜਾਮੀ। ਬ੍ਰਹਮਾ ਦਿਕ ਤੇ ਅਮਰ ਜੇ ਔਰਾ। ਸਗਨ ਭੇਦ ਲਖਤ ਤਬ ਥੋਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ